तो जिंदगी ते मौत की जो असीं गल करते हैं तो असीं जिंदगी नूं वधिया बना के रखना चाहते हैं। कोई भी बंदा मरना नहीं चाहता। तो मैं अक्सर कहता हूँ पहला सीगा जो आदमी वो मौत तो चिंतित सीगा कि नहीं मरण तो पहला आदमी नूं कुछ समस्या होंदी है, जिन्होंने सोचा भी उहदी तबीयत खराब होंदी है, वो बीमार होंदा है, तो उस तो बाद मरदा है। हुण असीं देखते हैं भी सेहतमंद रहन वास्ते की चाहिए। बाकी जिहड़े जानवर ने जंगलों में रहिंदे ने कि वो बीमार नहीं होंदे, कि उन्होंने इलाज की लोड़ नहीं पैंदी, वो बीमार होंदे ही नहीं। जे मैं कहा तो बहुत वड्डी गिनती में मैं कह सकदा कि वो बीमार नहीं होंदे। तुहानूं कदे कोई इस तरह की खबर नहीं मिलूगी कि पुराने जंगल का जिहड़े जानवर ने, बंदर ने या शेर है या हाथी ने, वो वड्डी गिनती के उन्होंने बीमारी फैल गई है, वो बीमार हो गए ने। प्रोग्राम खास गलबात लैके मैं तुहाडा मेज़बान कमलजीत सिंह सिद्धू हाज़र हाँ। दोस्तों सब तो पहला प्रवान करो वाहिगुरू जी का खालसा वाहिगुरू जी की फतेह। दोस्तों अज इस प्रोग्राम के विच जिहड़ा असीं विशा लैके आए वो विशा है सेहत सभ्याचार अते अंधविश्वास। अज के दौर दे विच भी अंधविश्वास सेहत नाल जुड़ियां काफ़ी सारियां गल्लां की हो रहा हैगा, क्यों असीं अज भी इस दौर दे विच जिस दौर नूं विग्यानक युग कहा जाता है उस दौर दे विच भी असीं उन्हां अंधविश्वासां विच फसे हुए हाँ। तो खास तौर दे उत्ते सेहत दे पक्ष तो जे मैं गल कवां तो सेहत नाल बहुत सारियां जुड़ियां गल्लां आ जिहदे विच असीं डॉक्टरी इलाज ना करा के नीमा हकीमां सियाणियां बाबियां ते जोतशियां दे चक्कर दे विच फसदे हैगे। सो अज इसे मुद्दे ते ही गलबात करांगे जिवें कि पहलां भी असीं जिक्र कर चुके हैं कि डॉक्टर श्याम सुंदर दीप्ति जी जिहड़े कि लेखक ने, कवि ने, चिंतक ने, पंजाब के ਵੱਖ-ਵੱਖ मसलों के उत्ते दूर तक वो एक बुलारे वजों भी जिहड़े हैगे आ ਉਹ ਜਾਂਦੇ ਆ और ये अपनी गल ਕਹਿੰਦੇ ਹੈਗੇ आ। पिछले प्रोग्राम ਦੇ ਵਿੱਚ भी डॉक्टर साहब ਸਾਡੇ ਨਾਲ ਸੀਗੇ, एक बारी फिर तो वो हाज़र ने। सो सब तो पहला डॉक्टर साहब ਨੂੰ मैं जी आया ਕਹਿੰਦਾ ਹਾਂ। डॉक्टर साहब सत श्री अकाल ਤੇ स्वागत है ਸਾਡੇ प्रोग्राम ਵਿੱਚ। डॉक्टर साहब गल ਆਪਾਂ ਕਰਾਂਗੇ कि ਅੱਜ ਕੱਲ੍ਹ ਜਿਹੜਾ ਵਿਗਿਆਨਕ ਯੁੱਗ ਇਹਦੇ ਵਿੱਚ ਆ ਕੇ ਵੀ ਲੋਕ ਜਿਹੜੇ ਹੈਗੇ ਆ ਉਹ ਸਿਹਤ ਪ੍ਰਤੀ ਜਾਗਰੂਕ ਨਹੀਂ, ਕੀ ਕਾਰਨ ਹੈ? ਤੁਸੀਂ ਸ਼ੁਰੂ ਵਿੱਚ ਸ਼ਬਦ ਇਸਤੇਮਾਲ ਕੀਤਾ ਸਿਹਤ ਸੱਭਿਆਚਾਰ, ਤੇ ਜਦੋਂ ਅਸੀਂ ਸੱਭਿਆਚਾਰ ਦੀ ਗੱਲ ਕਰਦੇ ਆ ਤਾਂ ਮਤਲਬ ਕਿ ਅਸੀਂ ਇਹ ਮਤਲਬ ਕਿ ਸੋਚਦੇ ਹਾਂ ਕਿ ਸੱਭਿਆਚਾਰ ਸਾਡਾ ਜਿਹੜਾ ਹੈਗਾ ਉਹ ਹਜ਼ਾਰਾਂ ਸਾਲ ਪੁਰਾਣਾ ਹੈਗਾ। ਤਾਂ ਕਹਿਣ ਦਾ ਮਤਲਬ ਜਦੋਂ ਅਸੀਂ ਆਪਣੀ ਜ਼ਿੰਦਗੀ ਦੀ ਗੱਲ ਕਰਦੇ ਆ ਤਾਂ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਦੋ ਪੱਖਾਂ ਤੋਂ ਇਸ ਤਰ੍ਹਾਂ ਹੈਗੀ ਹੈ ਕਿ ਜ਼ਿੰਦਗੀ ਅਤੇ ਮੌਤ। ਤੇ ਜ਼ਿੰਦਗੀ ਅਤੇ ਮੌਤ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਅਸੀਂ ਜ਼ਿੰਦਗੀ ਨੂੰ ਵਧੀਆ ਬਣਾ ਕੇ ਰੱਖਣਾ ਚਾਹੁੰਦੇ ਹਾਂ। ਕੋਈ ਵੀ ਬੰਦਾ ਮਰਨਾ ਨਹੀਂ ਚਾਹੁੰਦਾ, ਤੇ ਜਦੋਂ ਕੋਈ ਬੰਦਾ ਮਰਨਾ ਨਹੀਂ ਚਾਹੁੰਦਾ ਤਾਂ ਉਹ ਹਰ ਹੀਲਾ ਵਰਤਦਾ ਹੈ ਕਿ ਉਹ ਠੀਕ ਰਹੇ, ਸਿਹਤਮੰਦ ਰਹੇ। ਤਾਂ ਸਿਹਤ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਸਾਡੀ ਬਿਲਕੁਲ ਸਾਡੇ ਜਨਮ ਤੋਂ ਸਾਡੀ ਸੱਭਿਅਤਾ ਦੇ ਸਟਾਰਟ ਤੋਂ ਉੱਥੋਂ ਦੀ ਲੈ ਕੇ ਸਾਡੇ ਨਾਲ ਜੁੜੀ ਹੋਈ ਹੈ। ਤਾਂ ਇਸ ਕਰਕੇ ਸਿਹਤ ਸੱਭਿਆਚਾਰ ਜਦੋਂ ਵੀ ਮਨੁੱਖ ਦੇ ਦਿਮਾਗ ਦੇ ਵਿੱਚ ਆਪਣੀ ਸਿਹਤ ਬਾਰੇ ਖਿਆਲ ਆਇਆ ਉਦੋਂ ਤੋਂ ਹੀ ਇਹ ਜੁੜਿਆ ਹੋਇਆ ਹੈ ਕਿ ਇਸ ਨੂੰ ਵਧੀਆ ਕਿਵੇਂ ਬਣਾ ਕੇ ਰੱਖਣਾ ਹੈ। ਜੇ ਅਸੀਂ ਸਿਹਤ ਦੇ ਪੜਾਵਾਂ ਦੀ ਗੱਲ ਕਰਦੇ ਹਾਂ ਤਾਂ ਮੈਂ ਅਕਸਰ ਕਹਿੰਦਾ ਹੁੰਦਾ ਪਹਿਲਾ ਸੀਗਾ ਜਦੋਂ ਆਦਮੀ ਉਹ ਮੌਤ ਤੋਂ ਚਿੰਤਤ ਸੀਗਾ ਵੀ ਮਰ ਜਾਂਦਾ ਬੰਦਾ, ਜਿੰਦਾ ਜਾਂਦਾ ਤੁਰਿਆ ਫਿਰਦਾ ਬੰਦਾ, ਉਹਨਾਂ ਨੂੰ ਇਸ ਬਾਰੇ ਗਿਆਨ ਨਹੀਂ ਸੀਗਾ। ਦੂਜਾ ਸੀਗਾ ਕਿ ਉਹਨੇ ਦੇਖਿਆ ਕਿ ਨਹੀਂ ਮਰਨ ਤੋਂ ਪਹਿਲਾਂ ਆਦਮੀ ਨੂੰ ਕੁਛ ਸਮੱਸਿਆ ਹੁੰਦੀ ਹੈ, ਜਿਹਨੂੰ ਸੋਚਿਆ ਵੀ ਉਹਦੀ ਤਬੀਅਤ ਖਰਾਬ ਹੁੰਦੀ ਹੈ, ਉਹ ਬਿਮਾਰ ਹੁੰਦਾ ਹੈ, ਤਾਂ ਉਸ ਤੋਂ ਬਾਅਦ ਮਰਦਾ ਹੈ। ਫਿਰ ਅਸੀਂ ਸਿਹਤ ਪ੍ਰਤੀ ਚਿੰਤਤ ਹੋਏ ਤੇ ਹੁਣ ਅਸੀਂ ਬਿਮਾਰੀ ਪ੍ਰਤੀ ਚਿੰਤਤ ਹੋਏ। ਤੇ ਹੁਣ ਜੇ ਅਸੀਂ ਕਹੀਏ ਤੇ ਜਿਹੜਾ ਵਿਗਿਆਨਕ ਯੁੱਗ ਦੀ ਗੱਲ ਕੀਤੀ ਤਾਂ ਫਿਰ ਤੀਜਾ ਪੜਾਅ ਹੋਇਆ ਅਸੀਂ ਹੁਣ ਸਿਹਤ ਪ੍ਰਤੀ ਚਿੰਤਤ ਹੋਏ ਹੈਗੇ ਆ। ਤਾਂ ਜੇ ਅਸੀਂ ਇਸ ਪੜਾਅ ਦਰ ਪੜਾਅ ਜਾਣ ਦੀ ਗੱਲ ਕਰਦੇ ਹਾਂ, ਅਸੀਂ ਸਿਹਤ ਦੇ ਪ੍ਰਤੀ ਚਿੰਤਾ ਦੀ ਗੱਲ ਕਰਦੇ ਹਾਂ, ਤਾਂ ਮਤਲਬ ਹੈ ਵੀ ਅਸੀਂ ਬਿਮਾਰ ਨਹੀਂ ਹੋਣਾ ਚਾਹੁੰਦੇ, ਸਿਹਤਮੰਦ ਰਹਿਣਾ ਚਾਹੁੰਦੇ ਹੈਗੇ ਆ। ਤਾਂ ਫਿਰ ਅਸੀਂ ਹਰ ਹੀਲਾ ਕਰਦੇ ਹਾਂ। ਹੀਲਾ ਹੈਗਾ ਮਤਲਬ ਕਿ ਅਸੀਂ ਬਿਮਾਰ ਨਾ ਹੋਈਏ, ਜੇ ਬਿਮਾਰ ਹੋਈਏ ਤਾਂ ਸਾਡਾ ਇਲਾਜ ਹੋਵੇ। ਤੇ ਸਭ ਤੋਂ ਪਹਿਲੀ ਜਿਹੜੀ ਖਾਹਿਸ਼ ਰਹਿੰਦੀ ਹੈ, ਜਿਹੜੀ ਵਿਸ਼ਵ ਸਿਹਤ ਸੰਸਥਾ ਵੀ ਕਹਿੰਦੀ ਹੈ ਵੀ ਤੁਸੀਂ ਸਿਹਤਮੰਦ ਰਹਿਣਾ ਸਿੱਖੋ, ਯਾਨੀ ਕਿ ਬਿਮਾਰੀ ਤੋਂ ਬਚਾਅ ਦੀ ਗੱਲ ਹੈਗੀ ਆ। ਤਾਂ ਇਸ ਪੜਾਅ 'ਤੇ ਆ ਕੇ ਦੋ ਗੱਲਾਂ ਨੇ ਵੀ ਹਰੇਕ ਬੰਦੇ ਦੀ ਸਿਹਤ ਵਧੀਆ ਰਹੇ, ਉਹ ਕਦੀ ਬਿਮਾਰ ਨਾ ਹੋਵੇ, ਤੇ ਜੇ ਬੰਦਾ ਬਿਮਾਰ ਹੋਵੇ ਤਾਂ ਉਹਨੂੰ ਛੇਤੀ ਤੋਂ ਛੇਤੀ ਇਲਾਜ ਮਿਲੇ। ਤਾਂ ਇਹ ਜਿਹੜੇ ਪੜਾਅ ਨੇ ਹੁਣ ਅਸੀਂ ਦੇਖਦੇ ਹਾਂ ਵੀ ਸਿਹਤਮੰਦ ਰਹਿਣ ਵਾਸਤੇ ਕੀ ਚਾਹੀਦਾ, ਜਿਸ ਦੇ ਵਿੱਚੋਂ ਸਾਡੇ ਅੰਧ ਵਿਸ਼ਵਾਸ ਜਿਹੜੇ ਨਿਕਲਦੇ ਨੇ ਜਾਂ ਮਤਲਬ ਕਿ ਜਿਹੜੇ ਵਹਿਮ ਭਰਮ ਨੇ ਉਹ ਪੈਦਾ ਹੁੰਦੇ ਨੇ। ਤਾਂ ਸਿਹਤਮੰਦ ਰਹਿਣ ਦੇ ਲਈ ਜੇ ਆਪਾਂ ਉਹਨੂੰ ਜੋੜੀਏ ਤਾਂ ਸਾਡੀ ਸਰੀਰ ਦੇ ਵਿੱਚ ਇੱਕ ਸਿਸਟਮ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਸਰੀਰ ਦੀ ਸੁਰੱਖਿਆ ਪ੍ਰਣਾਲੀ। ਤਾਂ ਸਰੀਰ ਦੀ ਜਿਹੜੀ ਸੁਰੱਖਿਆ ਪ੍ਰਣਾਲੀ ਹੈਗੀ ਹੈ
ਉਹ ਸਾਨੂੰ ਬਿਮਾਰ ਹੋਣ ਤੋਂ ਬਚਾਉਂਦੀ ਹੈਗੀ ਹੈ। ਜੇ ਤੁਸੀਂ ਆਪਣਾ ਸਾਰਾ ਦੇਖੀਏ, ਆਪਾਂ ਜੀਵ ਜਗਤ ਦੇਖੀਏ ਤਾਂ ਹਸਪਤਾਲ ਜਿਹੜੇ ਨੇ ਉਹ ਸਿਰਫ ਮਨੁੱਖਾਂ ਦੇ ਵਾਸਤੇ ਬਣੇ ਨੇ ਜਾਂ ਉਹਨਾਂ ਵਾਸਤੇ ਬਣੇ ਨੇ ਜਿਹੜੇ ਸਾਡੇ ਪਾਲਤੂ ਜਾਨਵਰ ਨੇ। ਚਾਹੇ ਅਸੀਂ ਕੁੱਤਾ ਪਾਲਦੇ ਹਾਂ ਤਾਂ ਕੁੱਤਿਆਂ ਦੇ ਤੁਹਾਨੂੰ ਡਾਕਟਰ ਮਿਲ ਜਾਣਗੇ, ਅਸੀਂ ਗਾਵਾਂ ਮੱਝਾਂ ਪਾਲਦੇ ਹਾਂ ਮਤਲਬ ਕਿ ਤਾਂ ਸਾਨੂੰ ਉਹਨਾਂ ਦਾ, ਜਿਹਨੂੰ ਅਸੀਂ ਡੰਗਰ ਹਸਪਤਾਲ ਕਹਿੰਦੇ ਹਾਂ, ਉੱਥੇ ਘੋੜੇ ਨੇ, ਉਹੀ ਉੱਥੇ ਜਾਂਦੇ ਆ ਜਾਨਵਰ ਜਿਹੜੇ ਕਿ ਅਸੀਂ ਪਾਲੇ ਹੈ ਜਾਂ ਅਸੀਂ ਮਨੁੱਖ ਦੇ ਤੌਰ 'ਤੇ ਜਾਂਦੇ ਹਾਂ। ਇਹਦਾ ਕੀ ਮਤਲਬ ਹੋਇਆ ਕਿ ਬਾਕੀ ਜਿਹੜੇ ਜਾਨਵਰ ਨੇ ਜੰਗਲਾਂ ਵਿੱਚ ਰਹਿੰਦੇ ਨੇ, ਕਿ ਉਹ ਬਿਮਾਰ ਨਹੀਂ ਹੁੰਦੇ, ਕਿ ਉਹਨਾਂ ਨੂੰ ਇਲਾਜ ਦੀ ਲੋੜ ਨਹੀਂ ਪੈਂਦੀ? ਉਹ ਬਿਮਾਰ ਹੁੰਦੇ ਹੀ ਨਹੀਂ। ਜੇ ਮੈਂ ਕਹਾਂ ਤਾਂ ਬਹੁਤ ਵੱਡੀ ਗਿਣਤੀ ਵਿੱਚ ਮੈਂ ਕਹਿ ਸਕਦਾ ਕਿ ਉਹ ਬਿਮਾਰ ਨਹੀਂ ਹੁੰਦੇ। ਕਾਰਨ ਜੇ ਪੈਂਦੇ ਹੋਣ, ਜੇ ਤੁਹਾਨੂੰ ਲੱਗੇ ਵੀ ਮੈਂ ਮਤਲਬ ਕਿ ਕੋਈ ਮੇਰੇ ਕੋਲ ਆંકੜਾ ਨਹੀਂ ਹੈ, ਪਰ ਤੁਸੀਂ ਦੂਜੇ ਪਾਸੇ ਦੇਖੋ, ਜੇ ਕਿਤੇ ਮਾੜਾ ਮੋਟਾ ਸਾਨੂੰ ਲੱਗਦਾ ਹੈ ਵੀ ਕਿਸੇ ਜੰਗਲ ਦੇ ਵਿੱਚ ਕੋਈ ਬਿਮਾਰੀ ਫੈਲ ਗਈ ਹੈ, ਉਹਦੀ ਖਬਰ ਛਪਦੀ ਹੈ, ਤੁਹਾਨੂੰ ਕਦੇ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਮਿਲੂਗੀ ਕਿ ਪੁਰਾਣੇ ਜੰਗਲ ਦਾ ਜਿਹੜੇ ਜਾਨਵਰ ਨੇ, ਬੰਦਰ ਨੇ ਜਾਂ ਸ਼ੇਰ ਹੈ ਜਾਂ ਹਾਥੀ ਨੇ, ਉਹ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਬਿਮਾਰੀ ਫੈਲ ਗਈ ਹੈ, ਉਹ ਬਿਮਾਰ ਹੋ ਗਏ ਨੇ। ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਸੁਣਦੇ। ਅਸੀਂ ਸਿਰਫ ਇਹ ਸੁਣਦੇ ਹਾਂ ਕਿ ਸ਼ੇਰ ਦੀ ਗਿਣਤੀ ਘਟ ਰਹੀ ਹੈ, ਉਹਨਾਂ ਦੀ ਗਿਣਤੀ ਘਟ ਰਹੀ ਹੈ। ਉਹ ਗਿਣਤੀ ਘਟਣ ਦਾ ਕਾਰਨ ਉਹ ਅਸੀਂ ਜਾਣਦੇ ਹਾਂ ਕਿ ਉਹਦਾ ਕਾਰਨ ਕੀ ਹੈ, ਜਿਹੜਾ ਕਿ ਅਸੀਂ ਉਹਨੂੰ ਸ਼ਿਕਾਰ ਕਰਦੇ ਹਾਂ, ਮਾਰਦੇ ਹਾਂ ਅਤੇ ਉਸ ਨੂੰ ਫਿਰ ਦੇਖਦੇ ਹਾਂ ਕਿ ਹੁਣ ਇਹ ਨੰਬਰ ਘਟ ਗਿਆ ਹੈਗਾ। ਇਹ ਕਾਰਨ ਹੈਗਾ। ਉਹ ਬਿਮਾਰ ਕਿਉਂ ਨਹੀਂ ਹੁੰਦੇ? ਅਸੀਂ ਵੀ ਉਸੇ ਤਰ੍ਹਾਂ ਕੁਦਰਤ ਦੇ ਜੀਵ ਹੈਗੇ ਹਾਂ ਅਤੇ ਅਸੀਂ ਬਿਮਾਰ ਕਿਉਂ ਪੈਂਦੇ ਹਾਂ? ਪਹਿਲੀ ਗੱਲ ਵੱਡੀ ਇਹ ਹੈਗੀ ਹੈ, ਬਿਮਾਰੀ ਦੇ ਪਿੱਛੇ ਜੇ ਮੈਂ ਕਹਾਂ ਜਿਹੜੀ ਸੁਰੱਖਿਆ ਪ੍ਰਣਾਲੀ ਦੀ ਮੈਂ ਗੱਲ ਕੀਤੀ ਹੈ, ਉਹ ਸੁਰੱਖਿਆ ਪ੍ਰਣਾਲੀ ਸਾਡੇ ਹੈਗੀ ਹੈ, ਸਾਰੇ ਜਾਨਵਰਾਂ ਵਿੱਚ ਹੈਗੀ ਹੈ, ਜਿਹੜੀ ਤੁਹਾਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ। ਅਸੀਂ ਆਲੇ ਦੁਆਲੇ ਦੇਖੀਏ, ਤੁਸੀਂ ਆਪਣੇ ਤਜਰਬੇ ਤੋਂ ਵੀ ਦੇਖ ਲਓ, ਤੁਸੀਂ ਡਾਕਟਰ ਕੋਲ ਜਾਂਦੇ ਹੋ, ਕੋਈ ਡਾਕਟਰ ਤੁਹਾਨੂੰ ਕਹੇਗਾ ਕਿ ਤੁਹਾਨੂੰ ਦਿਲ ਦੀ ਬਿਮਾਰੀ ਹੈ, ਤੁਹਾਡਾ ਪੇਟ ਖਰਾਬ ਹੈ, ਤੁਹਾਡੇ ਫੇਫੜਿਆਂ ਵਿੱਚ ਨੁਕਸ ਹੈ, ਤੁਹਾਨੂੰ ਸਾਹ ਦੀ ਤਕਲੀਫ ਹੈ, ਤੁਹਾਡੀ ਕਿਡਨੀ ਖਰਾਬ ਹੋ ਰਹੀ ਹੈ। ਕੋਈ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਹਾਡੀ ਸੁਰੱਖਿਆ ਪ੍ਰਣਾਲੀ ਖਰਾਬ ਹੋਈ ਹੈ, ਤੁਹਾਡੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੋਈ ਹੈ, ਜਿਸ ਕਰਕੇ ਤੁਸੀਂ ਬਿਮਾਰ ਹੋਏ ਹੋ। ਕੋਈ ਨਹੀਂ ਕਹਿੰਦਾ। ਕਿਉਂ ਨਹੀਂ ਕਹਿੰਦਾ? ਕਿਉਂਕਿ ਜੇ ਅਸੀਂ ਸੁਰੱਖਿਆ ਪ੍ਰਣਾਲੀ ਨੂੰ ਧਿਆਨ 'ਚ ਰੱਖ ਕੇ ਆਪਣਾ ਜਿਹੜਾ ਤੌਰ ਤਰੀਕਾ ਬਣਾਵਾਂਗੇ ਤਾਂ ਅਸੀਂ ਬਿਮਾਰ ਨਹੀਂ ਹੋਵਾਂਗੇ ਅਤੇ ਸਾਡਾ ਜਿਹੜਾ ਡਾਕਟਰੀ ਇਲਾਜ ਹੈਗਾ ਫਿਰ ਉਹ ਉਸ ਪਾਸੇ ਵੱਲ ਤੁਰੂਗਾ ਅਤੇ ਜਿਹੜੇ ਡਾਕਟਰ ਨੇ ਆਪਣੇ ਆਪ ਨੂੰ ਸਮਝਣਗੇ ਵੀ ਹੁਣ ਅਸੀਂ ਵਿਹਲੇ ਹੋ ਗਏ ਹਾਂ। ਇੱਕ ਵੱਖਰਾ ਪਹਿਲੂ ਹੈ, ਉਸ 'ਤੇ ਗੱਲ ਹੋ ਸਕਦੀ ਹੈ, ਪਰ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਾਡੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਸਤੇ ਸਾਡੇ ਕੋਲੋਂ ਬਹੁਤ ਸਾਰੇ ਜ਼ਰੀਏ ਨੇ। ਅਤੇ ਜੇ ਮੈਂ ਕਹਾਂ ਕਿ ਸਭ ਤੋਂ ਵੱਡਾ ਜ਼ਰੀਆ ਹੈਗਾ ਖੁਰਾਕ। ਕੁਦਰਤ ਵਿੱਚ ਖੁਰਾਕ, ਕਿਉਂਕਿ ਜਿਹੜੀ ਆਪਾਂ ਗੱਲ ਕੀਤੀ ਹੈ, ਸਾਰੇ ਜੀਵ ਜੰਤੂ ਨੇ ਆਪਣੀ ਖੁਰਾਕ ਖਾਂਦੇ ਨੇ, ਜਿੱਥੇ ਉਹ ਰਹਿੰਦੇ ਨੇ ਉਸ ਤਰ੍ਹਾਂ ਦੀ ਖੁਰਾਕ ਖਾਂਦੇ ਨੇ। ਅਸੀਂ ਵੀ ਖੁਰਾਕ ਜਿਹੜੀ ਹੈਗੀ ਹੈ ਖਾਂਦੇ ਹੈਗੇ ਆ, ਸਾਨੂੰ ਰੋਜ਼ ਲੋੜ ਪੈਂਦੀ ਹੈ। ਸਭ ਤੋਂ ਅਹਿਮ ਚੀਜ਼ ਹੈ, ਉਹਨੇ ਸਾਡੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੁੰਦਾ ਹੈ। ਪਹਿਲੀ ਗੱਲ ਤਾਂ ਹੈਗੀ ਹੈ ਕਿ ਖੁਰਾਕ ਜਿਸ ਤਰੀਕੇ ਨਾਲ ਕੁਦਰਤ ਵਿੱਚ ਸਾਰੇ ਜੀਵਾਂ ਨੂੰ ਮਿਲਦੀ ਹੈ, ਜਦੋਂ ਲੋੜ ਪੈਂਦੀ ਹੈ ਉਹ ਕੁਦਰਤ ਜਾ ਕੇ ਆਪਣੀ ਖੁਰਾਕ ਲੱਭਦੇ ਨੇ ਅਤੇ ਖਾਂਦੇ ਨੇ। ਆਦਮੀ ਜਿਹੜਾ ਹੈ ਉਸ ਤਰੀਕੇ ਦੇ ਨਾਲ ਆਪਣੀ ਖੁਰਾਕ ਜਾ ਕੇ ਜਿੱਥੋਂ ਵੀ ਮਿਲਦੀ ਹੋਵੇ ਲਿਆ ਨਹੀਂ ਸਕਦਾ, ਖਾ ਨਹੀਂ ਸਕਦਾ। ਉਹਨੂੰ ਖੁਰਾਕ ਲੈਣ ਦੇ ਵਾਸਤੇ ਕੁਝ ਹੋਰ ਹੀਲੇ ਕਰਨੇ ਪੈਂਦੇ ਨੇ, ਉਹਦੀ ਜੇਬ ਦੇ ਵਿੱਚ ਪੈਸੇ ਹੋਣੇ ਚਾਹੀਦੇ ਨੇ। ਇੱਕ ਗੱਲ ਹੈਗੀ ਹੈ ਕਿ ਖੁਰਾਕ ਸਭ ਨੂੰ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ। ਇੱਕ ਇਹ ਜ਼ਰੀਆ ਹੈਗਾ ਜਿਹੜਾ ਤੁਹਾਡੀ ਸੁਰੱਖਿਆ ਪ੍ਰਣਾਲੀ ਨਾਲ ਜੁੜਿਆ ਹੋਇਆ ਹੈਗਾ। ਪਹਿਲੀ ਗੱਲ ਤਾਂ ਇਹ ਹੈਗੀ ਹੈ। ਫਿਰ ਜਿਹੜੇ ਨੂੰ ਮਿਲ ਰਿਹਾ, ਜਿਹੜੇ ਖਾ ਰਹੇ ਨੇ, ਕੀ ਉਹ ਸਿਹਤਮੰਦ ਖੁਰਾਕ ਖਾ ਰਹੇ ਨੇ? ਕੀ ਉਹਨਾਂ ਨੂੰ ਪਤਾ ਹੈ ਸਿਹਤਮੰਦ ਖੁਰਾਕ ਕੀ ਹੈ, ਜਾਂ ਉਹ ਆਪਣੀ ਖਾ ਰਹੇ ਨੇ ਜੋ ਉਹਨਾਂ ਦੀ ਜਿਹੜੀ ਸੁਰੱਖਿਆ ਪ੍ਰਣਾਲੀ ਹੈ ਉਹਨੂੰ ਮਜ਼ਬੂਤ ਕਰਨ ਦੀ ਥਾਂ 'ਤੇ ਸਗੋਂ ਕਮਜ਼ੋਰ ਕਰ ਰਹੀ ਹੈ। ਇਹ ਦੋ ਪੱਖ ਹੈਗੇ ਨੇ। ਅਤੇ ਜੇ ਅਸੀਂ ਹੁਣ ਇਹਨਾਂ ਨੂੰ ਮਤਲਬ ਕਿ ਅੰਧ ਵਿਸ਼ਵਾਸ ਦੇ ਨਾਲ ਜੋੜੀਏ, ਦੋਵਾਂ ਪੱਖਾਂ ਨੂੰ ਹੀ, ਹੁਣ ਕਿਸੇ ਨੂੰ ਰੋਟੀ ਨਹੀਂ ਮਿਲ ਰਹੀ, ਖੁਰਾਕ ਨਹੀਂ ਮਿਲ ਰਹੀ, ਉਹਨੂੰ ਅਸੀਂ ਕਹਿੰਦੇ ਵੀ ਤੂੰ ਗਰੀਬ ਹੈ, ਤੂੰ ਕੰਮ ਨਹੀਂ ਕਰਦਾ, ਤੈਨੂੰ ਕੰਮ ਨਹੀਂ ਮਿਲਦਾ, ਤੇਰੀ ਕਿਸਮਤ ਮਾੜੀ ਹੈ, ਜਾਂ ਜੋ ਵੀ ਅਸੀਂ ਕਾਰਨ ਲੱਭਦੇ ਹਾਂ, ਉਹਨੂੰ ਖੁਰਾਕ ਅਸੀਂ ਨਹੀਂ ਪਹੁੰਚਾ ਰਹੇ। ਉਹ ਦੇਖਦਾ ਕੁਦਰਤ ਵਿੱਚ ਸਾਰਾ ਕੁਝ ਹੈ, ਉਹ ਬਾਜ਼ਾਰ ਦੇਖਦਾ ਰੇਹੜੀਆਂ ਭਰੀਆਂ ਹੋਈਆਂ ਨੇ, ਉਹ ਸ਼ਹਿਰ ਦੇ ਵਿੱਚ ਦੁਕਾਨਾਂ ਦੇਖਦਾ, ਉਹ ਉਸ ਨੂੰ ਨਹੀਂ ਮਿਲ ਰਿਹਾ। ਉਹਦਾ ਨਾ ਮਿਲਣ ਦੇ ਪਿੱਛੇ ਕਾਰਨ ਕੀ ਹੈਗਾ? ਫਿਰ ਅਸੀਂ ਉਸ ਨੂੰ ਉਹਦਾ ਜਵਾਬ ਦਿੰਦੇ ਹਾਂ ਜਦੋਂ ਸਵਾਲ ਪੁੱਛਦਾ ਹੈ ਕਿ ਮੈਨੂੰ ਭੁੱਖ ਲੱਗੀ ਹੈ, ਮੈਂ ਇਸ ਧਰਤੀ 'ਤੇ ਪੈਦਾ ਹੋਇਆ, ਮੈਨੂੰ ਕੁਝ ਖਾਣ ਲਈ ਦਿਓ। ਫਿਰ ਅਸੀਂ ਉਹਨੂੰ ਹੋਰ ਪਾਸੇ ਉਲਝਾ ਕੇ ਦਾਨ ਮਤਲਬ ਕਿ ਦੇ ਕੇ, ਉਹਦਾ ਲੰਗਰ ਲਾ ਕੇ, ਜਾਂ ਉਹਨੂੰ ਮੰਦਰਾਂ ਦੇ ਬਾਹਰ ਉਹਨੂੰ ਬੁਲਾ ਕੇ ਉਹਦੀ ਮਤਲਬ ਕਿ ਥੋੜ੍ਹੀ ਬਹੁਤੀ ਜਿਹੜੀ ਹੈਗੀ ਹੈ ਮਦਦ ਕਰਕੇ, ਇਹ ਕਰਕੇ ਕਿ ਵੀ ਅਸੀਂ ਤੁਹਾਡੇ ਵਾਸਤੇ ਦਾਨ ਪੁੰਨ ਕਰ ਰਹੇ ਹੈਗੇ ਆ। ਉਹ ਅਸੀਂ ਜਦੋਂ ਜ਼ਰੀਆ ਕਰਦੇ ਹਾਂ ਤਾਂ ਫਿਰ ਉਹਦੇ ਮਨ ਦੇ ਵਿੱਚ ਜਿਹੜੇ ਨੇ ਉਹ ਸਿਹਤ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਵੀ ਮੇਰੀ ਕਿਸਮਤ ਮਾੜੀ ਹੈ ਤਾਂ ਮੈਂ ਉਹਨੂੰ ਮਤਲਬ ਰੋਟੀ ਨਹੀਂ ਮਿਲ ਰਹੀ, ਮੇਰੀ ਕਿਸਮਤ ਮਾੜੀ ਹੈ ਕਿ ਇਸ ਕਰਕੇ ਮੈਨੂੰ ਬਿਮਾਰ ਹੋ ਰਿਹਾ ਮੈਂ। ਇਹ ਫਿਰ ਇੱਕ ਜ਼ਰੀਆ ਉੱਧਰਲੇ ਪਾਸੇ ਇਹ ਸ਼ੁਰੂ ਹੋ ਜਾਂਦਾ ਹੈਗਾ, ਜਿਹਨੂੰ ਅਸੀਂ ਕਹਿੰਦੇ ਹਾਂ। ਅਤੇ ਦੂਸਰੇ ਪਾਸੇ ਜਿਹੜੀ ਹੈਗੀ ਹੈ
ਜੇ ਆਪਾਂ ਸਿਹਤ ਸੱਭਿਆਚਾਰ ਦੇ ਦੋ ਮੁੱਖ ਮਤਲਬ ਕਿ ਵਹਿਮਾਂ ਭਰਮਾਂ ਦੇ ਆਪਾਂ ਦੋ ਮੁੱਖ ਕਾਰਨਾਂ ਦੇ ਉੱਤੇ ਉਂਗਲ ਰੱਖਣੀ ਹੋਵੇ ਤਾਂ ਸਭ ਤੋਂ ਵੱਡੀ ਗੱਲ ਹੈਗੀ ਅਗਿਆਨਤਾ ਦੀ ਗੱਲ ਹੈਗੀ ਹੈ। ਸਾਨੂੰ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਦਾ ਪਤਾ ਹੋਵੇ ਵੀ ਇਹ ਬਿਮਾਰੀ ਹੋਈ ਕਿਉਂ ਹੈ, ਉਹਦਾ ਕਾਰਨ ਕੀ ਹੈ, ਤੇ ਫਿਰ ਅਸੀਂ ਸਹੀ ਇਲਾਜ ਕਰ ਸਕੀਏ ਤੇ ਤਾਂ ਕਿ ਜਾਂ ਉਸ ਨੂੰ ਉਸੇ ਤਰੀਕੇ ਨਾਲ ਨਜਿੱਠ ਸਕੀਏ। ਪਹਿਲੀ ਗੱਲ ਤਾਂ ਇਹ ਹੈਗੀ ਹੈ ਅਗਿਆਨਤਾ। ਤੇ ਇਹ ਅਗਿਆਨਤਾ ਅਸੀਂ ਤੁਸੀਂ ਵਿਗਿਆਨਕ ਯੁੱਗ ਦੀ ਗੱਲ ਕੀਤੀ ਹੈ, ਅੱਜ ਦੀ ਗੱਲ ਕੀਤੀ ਹੈ ਵੀ ਵਿਗਿਆਨ ਕੋਲੋਂ ਸਾਰੀ ਦੀ ਸਾਰੀ ਜਿਹੜੀ ਹੈਗੀ ਹੈ ਉਹ ਜਾਣਕਾਰੀ ਹੈਗੀ ਹੈ, ਉਹ ਨੌਲੇਜ ਹੈਗੀ ਹੈ, ਇਸੇ ਕਰਕੇ ਹੀ ਅਸੀਂ ਇਲਾਜ ਕਰ ਪਾ ਰਹੇ ਹਾਂ। ਪਰ ਇਹ ਜਾਣਕਾਰੀ ਅਸੀਂ ਜਦੋਂ ਹਰੇਕ ਬੰਦੇ ਤੱਕ ਪਹੁੰਚਾਉਣੀ ਸੀ ਉਹ ਪਹੁੰਚਾਉਣ ਦੇ ਵਿੱਚ ਸਫਲ ਨਹੀਂ ਰਹੇ। ਪਹਿਲੀ ਗੱਲ ਤਾਂ ਇੱਥੇ ਇਹ ਮਤਲਬ ਕਿ ਇਹ ਹੈਗੀ ਹੈ। ਦੂਜਾ ਕਾਰਨ ਹੈ ਆਰਥਿਕਤਾ। ਜਿਹੜੀ ਮੈਂ ਗੱਲ ਕੀਤੀ ਗਰੀਬੀ ਦੀ ਗੱਲ ਹੈਗੀ ਹੈ, ਜਿਹਨੂੰ ਰੋਟੀ ਨਹੀਂ ਮਿਲ ਰਹੀ, ਜਿਹਨੂੰ ਰੋਟੀ ਨਹੀਂ ਮਿਲ ਰਹੀ ਜਦੋਂ ਉਹ ਇਲਾਜ ਦੀ ਗੱਲ ਕਰਦਾ ਹੈ ਉਹ ਇਲਾਜ ਕਿੱਥੇ ਕਰਾਉਣ ਜਾਵੇ। ਤਾਂ ਇਸ ਕਰਕੇ ਫਿਰ ਉਹ ਕੀ ਕਰਦਾ ਹੈਗਾ, ਦੇਖੋ ਆਦਮੀ ਜਿਹੜਾ ਹੈਗਾ ਇਹ ਸੁਚੇਤ ਮਤਲਬ ਕਿ ਜੀਵ ਹੈਗਾ, ਸਭ ਤੋਂ ਵੱਧ ਸੁਚੇਤ ਹੈਗਾ। ਜਦੋਂ ਉਹ ਬਿਮਾਰ ਹੁੰਦਾ ਹੈ ਜਾਂ ਜਦੋਂ ਉਹਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹ ਚੁੱਪਚਾਪ ਨਹੀਂ ਬਹਿ ਸਕਦਾ, ਉਹਨੇ ਹੱਥ ਪੈਰ ਜ਼ਰੂਰ ਮਾਰਨਾ ਹੈਗਾ। ਇਹ ਨਹੀਂ ਹੋ ਸਕਦਾ। ਮੰਨ ਲਓ ਵੀ ਕੋਈ ਗਰੀਬ ਆਦਮੀ ਹੈ, ਉਹਨੂੰ ਡਾਕਟਰ ਕਹੇ ਵੀ ਇਹਦਾ ਇਲਾਜ ਇਸ ਤਰ੍ਹਾਂ ਹੋਊਗਾ, ਉਹਦੇ ਕੋਲ ਪੈਸੇ ਨਹੀਂ ਹੈਗੇ, ਉਹ ਕਹੂਗਾ ਚਲੋ ਠੀਕ ਹੈ ਕਿ ਮੈਂ ਇਹਨੂੰ ਘਰੇ ਲੈ ਜਾਂਦਾ, ਉਹ ਘਰੇ ਲੈ ਆਊਗਾ। ਉਹ ਹੁਣ ਉਹਨੂੰ ਰੋਜ਼ ਮਰਦਾ ਹੋਇਆ ਨਹੀਂ ਦੇਖ ਸਕਦਾ, ਹੋ ਸਕਦਾ ਕਿ ਉਹਨੇ 10 ਦਿਨ ਜੀਣਾ ਹੈ, 20 ਦਿਨ ਜੀਣਾ, ਮਹੀਨਾ ਜੀਣਾ ਹੈਗਾ। ਇਸ ਕਰਕੇ ਉਹਦੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਕੋਈ ਹੀਲਾ ਵਸੀਲਾ ਕਰਾਂ। ਫਿਰ ਉਹਨੂੰ ਜੋ ਕੋਈ ਦੱਸਦਾ ਹੈ, ਕੋਈ ਟੋਟਕਾ ਦੱਸਦਾ ਹੈ, ਕੋਈ ਪੀਰ ਫਕੀਰ ਦੱਸਦਾ ਹੈ, ਕੋਈ ਮੰਦਰ ਮਸਜਿਦ ਦੱਸਦਾ ਹੈ ਜਿੱਥੇ ਮੱਥਾ ਟੇਕ ਕੇ ਲੋਕ ਠੀਕ ਹੋਏ ਨੇ, ਜਿਹੜੀਆਂ ਗੱਲਾਂ ਤੁਰੀਆਂ ਫਿਰਦੀਆਂ ਨੇ। ਤੇ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਵੀ ਕਿਹੜੀ ਬਿਮਾਰੀ ਉੱਥੋਂ ਠੀਕ ਹੋ ਕੇ ਆਈ ਹੈ, ਤੇ ਉਹਨੂੰ ਉਹਦੇ ਮਤਲਬ ਘਰ ਦੇ ਬੰਦੇ ਨੂੰ ਜੋ ਵੀ ਸਮੱਸਿਆ ਹੋਈ ਹੈ ਉਹ ਉਹਦੇ ਲਈ ਉਹ ਹਰ ਵਸੀਲੇ ਇਸਤੇਮਾਲ ਕਰਦਾ ਹੈ, ਤੇ ਅਖੀਰਲੇ ਸਾਹ ਤੱਕ ਉਹ ਘਰੇ ਟਿਕ ਕੇ ਨਹੀਂ ਬੈਠਦਾ। ਤੇ ਫਿਰ ਉਹ ਜਿਹੜਾ ਹੈ ਸਾਨੂੰ ਲੱਗਦਾ ਹੈਗਾ ਕਿ ਵੀ ਅੰਧ ਵਿਸ਼ਵਾਸਾਂ 'ਚ ਫਸਿਆ ਹੋਇਆ। ਪਰ ਉਹਦਾ ਕਾਰਨ ਇਹ ਹੈ ਜੇ ਉਹਦੀ ਜੇਬ 'ਚ ਪੈਸੇ ਹੋਣ ਤਾਂ ਉਹ ਕਦੇ ਵੀ ਮਤਲਬ ਕਿ ਪਹਿਲੇ ਨੰਬਰ 'ਤੇ ਮੱਥਾ ਟੇਕਣ ਨਹੀਂ ਜਾਊਗਾ। ਹਾਂ, ਪਹਿਲੇ ਨੰਬਰ 'ਤੇ ਉਹ ਕਿਸੇ ਵੀ ਪੀਰ ਫਕੀਰ ਕੋਲ ਨਹੀਂ ਜਾਊਗਾ, ਕਿਸੇ ਟੋਟਕੇ ਨੂੰ ਇਸਤੇਮਾਲ ਨਹੀਂ ਕਰੂਗਾ। ਤੁਸੀਂ ਹੋਰ ਗੱਲ ਛੱਡੀ, ਆਪਾਂ ਬੱਚਾ ਹੈਗਾ ਜਿਹਦਾ ਮਹੀਨੇ 2 ਮਹੀਨੇ ਦਾ ਬੱਚਾ ਹੈਗਾ, ਜਿਹਨੂੰ ਸਮੱਸਿਆ ਹੋਈ ਹੈ ਤੇ ਉਹਨੂੰ ਪਤਾ ਹੈਗਾ ਕਿ ਇੱਥੇ ਬਹੁਤ ਵਧੀਆ ਬੱਚਿਆਂ ਦਾ ਮਾਹਰ ਹੈਗਾ, ਬਹੁਤ ਵਧੀਆ ਉਹਦਾ ਹਸਪਤਾਲ ਹੈਗਾ, ਉਹਦੇ ਬਹੁਤ ਵਧੀਆ ਨਤੀਜੇ ਹੈਗੇ ਨੇ, ਉਹਨੇ ਸਭ ਸੁਣਿਆ ਹੋਇਆ। ਪਰ ਜਦੋਂ ਉਹਦੀ ਜੇਬ ਵਿੱਚ ਪੈਸੇ ਨਹੀਂ ਹੈਗੇ ਤਾਂ ਫਿਰ ਉਹ ਉੱਥੇ ਜਾਣ ਦੀ ਹਿੰਮਤ ਨਹੀਂ ਜੁਟਾ ਪਾਉਂਦਾ। ਤੇ ਉਸ ਤੋਂ ਬਾਅਦ ਫਿਰ ਉਹ ਕਰਦਾ ਕਿ ਹੁਣ ਮੈਂ ਕੀ ਕਰਾਂ, ਤੇ ਫਿਰ ਉਹ ਕਰਦਾ ਕੀ ਹੈ, ਫਿਰ ਉਹ ਉਸ ਨੂੰ ਕਿਸੇ ਨਾ ਕਿਸੇ ਡੇਰੇ ਲੈ ਜਾਂਦਾ ਜਾਂ ਕਿਸੇ ਹੋਰ ਲੈ ਜਾਂਦਾ। ਇਹ ਉਹਦੀ ਦਰਅਸਲ ਦੇ ਚੁਆਇਸ ਨਹੀਂ ਹੁੰਦੀ, ਉਹਦੀ ਚੋਣ ਨਹੀਂ ਹੁੰਦੀ ਕਿ ਵੀ ਮੈਂ ਉੱਥੇ ਜਾਣਾ ਹੈਗਾ, ਇਹ ਉਹਦੀ ਮਜਬੂਰੀ ਹੁੰਦੀ ਹੈ। ਤਾਂ ਇਸ ਕਰਕੇ ਅਸੀਂ ਜਦੋਂ ਇਹਨੂੰ ਉਸ ਤਰ੍ਹਾਂ ਜੋੜਦੇ ਆ, ਚਾਹੇ ਉਹ ਅਗਿਆਨਤਾ ਹੈ, ਚਾਹੇ ਉਹ ਉਹਦੀ ਮਤਲਬ ਕਿ ਆਰਥਿਕਤਾ ਹੈਗੀ ਹੈ, ਇਹ ਅਲਟੀਮੇਟਲੀ ਜਿਹੜੀ ਸਮਾਜ ਦੋਵੇਂ ਗੱਲਾਂ ਜੁੜੀਆਂ ਹੋਈਆਂ। ਹਾਂਜੀ ਵੀ ਆ ਤੇ ਅਗਿਆਨਤਾ ਵੀ ਹੈ। ਫਿਰ ਇਹ ਜਿਹੜੀ ਅਗਿਆਨਤਾ ਤੇ ਆਰਥਿਕਤਾ ਹੈਗੀ ਹੈ, ਉਹ ਜਿਹੜੀ ਹੈਗੀ ਹੈ ਉਹ ਸਮਾਜ ਦੀ ਜਿਹੜੀ ਹੈਗੀ ਹੈ ਨਾ ਬਰਾਬਰੀ ਹੈਗੀ ਹੈ, ਸਮਾਜ ਵਿੱਚ ਅਸਮਾਨਤਾ ਹੈਗੀ ਹੈ, ਉਹਦੇ ਨਾਲ ਜੁੜੀ ਹੋਈ ਚੀਜ਼ ਹੈਗੀ ਹੈ। ਤੇ ਜਦ ਤੱਕ ਅਸੀਂ ਜਦੋਂ ਚਾਹੁੰਦੇ ਹਾਂ ਕਿ ਸਿਹਤ ਵਿੱਚੋਂ ਦੀ ਇਹ ਵਹਿਮ ਭਰਮ ਖਤਮ ਹੋਣ, ਤੇ ਵਹਿਮ ਭਰਮ ਖਤਮ ਹੋਣ ਦੇ ਵਾਸਤੇ ਸਾਰਾ ਤੋਂ ਵੱਡਾ ਉਪਰਾਲਾ ਸਾਨੂੰ ਇਹ ਕਰਨਾ ਪਊਗਾ ਕਿ ਅਸੀਂ ਸਾਰਿਆਂ ਤੱਕ ਜਿਹੜੀਆਂ ਨੇ ਪਹਿਲਾਂ ਤਾਂ ਬਿਮਾਰੀ ਤੋਂ ਦੂਰ ਹੋਣ ਦੀਆਂ ਸਹੂਲਤਾਂ, ਤੇ ਦੂਸਰੀਆਂ ਜਿਹੜੀਆਂ ਨੇ ਉਹਨਾਂ ਤੱਕ ਜੇ ਬਿਮਾਰ ਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਉੱਥੇ ਇਲਾਜ ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਅੱਛਾ ਡਾਕਟਰ ਸਾਹਿਬ, ਇਹ ਗੱਲ ਇੱਦਾਂ ਵੀ ਬਣੀ ਆ ਕਿ ਜਿਵੇਂ ਹੁਣ ਅਸੀਂ ਵੇਖਦੇ ਹਾਂ ਕਿ ਨੀਮ ਹਕੀਮ ਇੱਕ ਪਾਸੇ ਆ, ਦੂਸਰੇ ਪਾਸੇ ਅੱਜ ਦੇ ਦੌਰ ਦੇ ਵਿੱਚ ਹਜੇ ਵੀ ਉਹ ਮੌਲਵੀ ਸਾਹਿਬ ਉੱਥੇ ਬੈਠੇ ਆ ਜੀ, ਫਲਾਣੇ ਜਿਹੜੇ ਹੈਗੇ ਆ ਉਹ ਬੰਗਾਲੀ ਬਾਬਾ ਉੱਥੇ ਬੈਠਾ ਆ, ਜਾਂ ਜੋਤਸ਼ੀ ਆ, ਉਹ ਫਲਾਣੇ ਪਿੰਡ ਜੀ ਫਲਾਣਾ ਬਾਬਾ ਹੈਗਾ, ਉਹ ਧਾਗੇ ਤਵੀਤ ਦਿੰਦਾ, ਫਲਾਣਾ ਜਲ ਕਰਕੇ ਦਿੰਦਾ, ਫਲਾਣਾ ਪੇੜਾ ਕਰਕੇ ਦਿੰਦਾ, ਉਹ ਫਲ ਕਰਕੇ ਦਿੰਦਾ। ਕੀ ਸਾਡੇ ਕੋਲੇ ਹਾਲੇ ਵੀ ਬਿਮਾਰੀਆਂ ਦਾ ਕੀ ਇਸ ਤਰ੍ਹਾਂ ਦਾ ਇਲਾਜ ਰਹਿ ਗਿਆ ਕਿ ਇਹਦਾ ਕੋਈ ਹੋਰ ਹੱਲ ਜਿਹੜਾ ਹੈਗਾ ਕਿ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ? ਮੈਂ ਜਿਹੜੀ ਪਹਿਲਾਂ ਗੱਲ ਕੀਤੀ ਹੈ ਗੱਲ ਉਹੀ ਹੈਗੀ ਹੈ ਵੀ ਇਲਾਜ ਸਾਡੇ ਕੋਲ ਹੈਗਾ, ਸਾਨੂੰ ਇੱਕ ਤਾਂ ਲੋਕਾਂ ਨੂੰ ਇਹ ਗੱਲ ਦਾ ਪਤਾ ਨਹੀਂ, ਜਿਹੜੀ ਮੈਂ ਕਹਤੀ ਅਗਿਆਨਤਾ ਹੈਗੀ ਹੈ। ਦੂਜੀ ਗੱਲ ਹੈਗੀ ਹੈ ਕਿ ਉਹਨਾਂ ਦੇ ਕੋਲੋਂ ਉੱਥੇ ਜਾਣ ਦੇ ਵਾਸਤੇ ਜ਼ਰੀਆ ਨਹੀਂ ਹੈਗਾ, ਹੈ ਨਾ। ਤੁਸੀਂ ਦੇਖੋ ਵੀ ਅੱਗੇ ਜੇ ਪੜ੍ਹਿਆ ਲਿਖਿਆ, ਮੈਂ ਕਹਿ ਸਕਦਾ ਕਿ 40 ਸਾਲ ਪਹਿਲਾਂ ਜਦੋਂ ਮੈਂ ਸਟੂਡੈਂਟ ਸੀਗਾ ਕਾਲਜ ਸਕੂਲ ਦਾ, ਤੇ MBBS ਡਾਕਟਰ ਦੀ ਵੀ ਇੱਕ ਛੋਟੀ ਜਿਹੀ ਕਾਰਨਰ ਦੇ ਵਿੱਚ ਇੱਕ ਕਮਰੇ ਦੀ ਦੁਕਾਨ ਹੁੰਦੀ ਸੀਗੀ। ਹੁਣ ਜਿਹੋ ਜਿਹੀ ਮਤਲਬ ਕਿ ਹੋਟਲ ਨੁਮਾ ਮਤਲਬ ਕਿ ਹਸਪਤਾਲ ਨੇ ਜਾਂ ਕਲੀਨਿਕ ਨੇ ਜਾਂ ਜੋ ਮਤਲਬ ਕਿ ਬਣਾਏ ਹੋਏ ਨੇ ਕਾਰਪੋਰੇਟ ਵਾਲਿਆਂ ਨੇ, ਉਹਦੇ ਵਿੱਚ ਤਾਂ ਇੱਕ ਚੰਗਾ ਭਲਾ ਬੰਦਾ ਵੀ ਵੜਦੇ ਹੋਏ ਡਰਦਾ ਹੈਗਾ ਕਿ ਪਤਾ ਨਹੀਂ ਮੈਂ ਅੰਦਰ ਜਾਊਂਗਾ ਤੇ ਮੈਨੂੰ ਕਿੰਨੇ ਪੈਸੇ ਦੇਣੇ ਪੈਣਗੇ ਜਾਂ ਕੁਝ ਕਰਨਾ ਪਊਗਾ। ਤਾਂ ਇਹ ਹੈਗਾ ਇਲਾਜ ਜਿਹੜੇ ਹੈਗੇ ਨੇ ਤੇ ਉਹ ਹੈਗੇ ਨੇ,
ਤੇ ਜਿਹੜੀ ਦੂਸਰੀ ਗੱਲ ਇਹਦੇ ਨਾਲ ਮੈਂ ਇੱਕ ਜੋੜਨਾ ਚਾਹਨਾ, ਜਿਹੜੀ ਮਤਲਬ ਕਿ ਇਹ ਨੀਮ ਹਕੀਮ ਤੇ ਇਹ ਸਾਰੇ ਬਾਬੇ ਨੇ, ਇਹ ਚਲਦੇ ਵੀ ਪਏ ਨੇ, ਇਹਨਾਂ ਦਾ ਮਤਲਬ ਕਿ ਯਸ਼ ਵੀ ਗਾਇਆ ਜਾਂਦਾ ਹੈਗਾ ਤੇ ਲੋਕੀ ਠੀਕ ਹੋ ਕੇ ਵੀ ਆਉਂਦੇ ਨੇ। ਇਸ ਤਰ੍ਹਾਂ ਸੀ ਮਤਲਬ ਕਿ ਤਾਂ ਹੀ, ਨਹੀਂ ਤਾਂ ਇਹ ਕੋਈ ਮਾਨਸਿਕ ਸਥਿਤੀ ਹੈ? ਨਹੀਂ, ਮਾਨਸਿਕ ਸਥਿਤੀ ਨਹੀਂ ਹੈ। ਦੋ ਤਿੰਨ ਗੱਲਾਂ ਨੇ, ਉਹ ਪਤਾ ਨਹੀਂ ਉਹਨਾਂ ਦੀ ਆਪਣੀ ਓਬਜ਼ਰਵੇਸ਼ਨ ਹੈ ਜਾਂ ਚੱਲਿਆ ਆ ਰਿਹਾ ਹੈਗਾ। ਮੈਂ ਤੁਹਾਨੂੰ ਉਦਾਹਰਨ ਦਿੰਦਾ ਵੀ ਇੱਥੇ ਅੰਮ੍ਰਿਤਸਰ ਦੇ ਨੇੜੇ ਹੀ ਨਾ ਇੱਕ ਮਤਲਬ ਕਿ ਇੱਥੇ ਹੈਗਾ ਇੱਕ ਦਰਗਾਹ ਜੀ ਹੈਗੀ ਹੈ ਪੀਰ ਧੂਰੀ, ਉੱਥੇ ਉਹ ਨਾ ਮਤਲਬ ਕਿ ਹਲਕੇ ਕੁੱਤੇ ਦੇ ਕੱਟਣ ਦਾ ਨਾ ਟੁੱਕ ਦਿੰਦਾ ਹੈਗਾ, ਹੈ ਨਾ। ਤੇ ਉੱਥੇ ਬਹੁਤ ਮਤਲਬ ਕਿ ਭੀੜ ਹੁੰਦੀ ਹੈ, ਬਹੁਤ ਲੋਕ ਉੱਥੇ ਜਾਂਦੇ ਹੈਗੇ ਨੇ। ਹੁਣ ਉਹਦਾ ਕਾਰਨ ਕੀ ਹੈ ਕਿ ਉਹ ਹਜੇ ਤੱਕ ਮਤਲਬ ਕਿ ਸਾਡੇ ਕੋਲੋਂ ਕਿਸੇ ਵਕਤ ਪੇਟ 'ਚ ਲੱਗਣ ਵਾਲੇ ਟੀਕੇ ਹੁੰਦੇ ਸੀਗੇ, ਪਰ ਉਹਨਾਂ ਨੂੰ ਮਤਲਬ ਕਿ ਸੁਪਰੀਮ ਕੋਰਟ ਦੇ ਆਰਡਰ ਨਾਲ ਬੈਨ ਕੀਤਾ ਗਿਆ ਹੈ ਵੀ ਉਹਦੇ ਨਾਲ ਥੋੜ੍ਹੇ ਨੁਕਸਾਨ ਹੁੰਦੇ ਸੀਗੇ। ਹੁਣ ਸਾਡੇ ਕੋਲ ਬੜੇ ਵਧੀਆ, ਬੜੇ ਥੋੜ੍ਹੇ ਜਿਹੇ ਮਤਲਬ ਕਿ ਟੀਕਾ ਹੁੰਦਾ, ਛੋਟਾ ਜਿਹਾ ਟੀਕਾ ਹੁੰਦਾ, ਮੋਢੇ 'ਤੇ ਲਾਣਾ ਹੁੰਦਾ, ਉਹ ਸਾਡੇ ਕੋਲ ਅਵੇਲੇਬਲ ਹੈਗਾ। ਪਰ ਉਹ ਜਿਹੜਾ ਹੈਗਾ 5 ਟੀਕੇ ਵੀ ਜੇ ਕਿਸੇ ਨੂੰ ਲਾਣੇ ਹੋਣ ਤਾਂ ਉਹ ਘੱਟੋ ਘੱਟ 2,000 ਰੁਪਏ ਦੇ ਪੈਂਦੇ ਹੈ। ਬਾਕੀ ਆਣਾ ਜਾਣਾ ਇਹ ਅਸੀਂ ਕਹਿ ਸਕਦੇ ਹਾਂ ਕਿ ਜੋ ਪਿੰਡੋਂ ਆ ਰਿਹਾ, ਸ਼ਹਿਰ 'ਚ ਆ ਰਿਹਾ ਲਵਾਉਣ ਵਾਸਤੇ, ਤਾਂ ਉਹ ਖਰਚਾ ਵੱਖਰਾ। ਅਤੇ ਉੱਥੇ ਉਹ ਜਾਂਦਾ ਹੈ, ਉੱਥੇ ਉਹਨੂੰ ਇੱਕ ਟੁੱਕ ਮਿਲਦਾ ਹੈਗਾ, ਉਹਨੇ ਇੱਕ ਆਪ ਨਹੀਂ ਰੱਖੇ ਹੋਏ, ਉਹਨੇ ਇੱਕ ਪਿੰਡ ਦੇ ਵਿੱਚ ਕਿਸੇ ਬੰਦੇ ਨੂੰ ਮਤਲਬ ਕਿ ਇਹ ਕੰਮ ਦਿੱਤਾ ਹੋਇਆ ਹੈ। ਉਹ ਇੱਕ ਰੋਟੀ ਹੈਗੀ ਹੈ, ਸੁੱਕੀ ਜੀ ਰੋਟੀ ਹੁੰਦੀ ਹੈ, ਉਹ ਸੁੱਕੀ ਜੀ ਰੋਟੀ ਉੱਥੋਂ ਲਿਆਂਦਾ ਹੈਗਾ। ਉਹ 11 ਰੁਪਏ 21 ਰੁਪਏ ਕੁਛ ਇੰਨੇ ਕੁ ਪੈਸੇ ਲੈਂਦਾ ਹੈਗਾ, ਅਤੇ ਉਹ ਉਹਦੇ ਕੋਲ ਲਿਆਂਦੇ ਆ ਬਾਬੇ ਕੋਲੋਂ। ਬਾਬਾ ਉੱਥੇ ਕੋਈ ਉਹਨੇ ਰੱਖਿਆ ਹੋਇਆ ਕੋਲਾ ਜਿਹਾ ਕੁਛ ਇਸ ਤਰ੍ਹਾਂ ਦਾ, ਉਹਦੇ 'ਤੇ ਮਤਲਬ ਕਿ ਮਾੜਾ ਜਿਹਾ ਕਾਂਟਾ ਜਿਹਾ ਮਾਰ ਕੇ ਜਾਂ ਕੁਛ ਕਰਕੇ ਵੀ ਕਹਿੰਦਾ ਵੀ ਜਾਨੀ ਕਿ ਉਹਨੇ ਆਪਣਾ ਉਹਦੇ 'ਚ ਮੰਤਰ ਜਿਹੜਾ ਸੀ ਪਾਤਾ। ਅੱਛਾ, ਪਿੱਛੇ ਡਾਕਟਰ ਸਾਹਿਬ ਪਾਣੀ ਬਾਰੇ ਵੀ ਚਰਚਾ ਸੁਣੀ ਸੀ ਵੀ ਪੰਜਾਬ ਦੇ ਵਿੱਚ ਜੀ ਫਲਾਣੇ ਪਿੰਡ ਜਿਹੜਾ ਹੈਗਾ ਉਹ ਇੱਕ ਨਲਕਾ ਇਹੋ ਜਿਹਾ ਹੈ ਜੀ, ਉੱਥੇ ਪਾਣੀ ਹੈ ਜਾਂ ਫਲਾਣੇ ਬੋਰ ਦਾ ਪਾਣੀ ਬੜਾ ਵਧੀਆ ਨਿਕਲਿਆ ਤੇ ਉਹਦੇ ਨਾਲ ਵੀ ਕਾਫੀ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ। ਕਿ ਇਦਾਂ ਦਾ ਕੋਈ ਹੁੰਦਾ, ਇਹਦੇ 'ਚ ਕੋਈ ਵਿਗਿਆਨਕ ਤੱਥ ਹੈ ਜਾਂ ਨਹੀਂ ਇਹਨਾਂ ਚੀਜ਼ਾਂ 'ਚ? ਨਹੀਂ, ਜਿਹੜੀ ਇਹ ਮੈਂ ਗੱਲ ਕਰ ਰਿਹਾ ਸੀ ਕਿ ਵਿਗਿਆਨਕ ਤੱਥ ਕੋਈ ਨਹੀਂ ਹੈਗਾ। ਜੇ ਆਪਾਂ ਕਹੀਏ ਤਾਂ ਥੋੜ੍ਹੀ ਜਿਹੀ ਇੱਕ ਨੌਲੇਜ ਕਹਿ ਸਕਦੇ ਆ ਵੀ ਜਿਹੜੀ ਉਹਨੂੰ ਕੰਟੀਨਿਊ ਕਰਦੀ ਹੈ। ਹੁਣ ਤੁਸੀਂ ਦੇਖੋ ਵੀ ਜਿਹੜਾ ਹਲਕਾ ਕੁੱਤੇ ਦਾ ਐਗਜ਼ਾਮਪਲ ਨਾਲ ਸਮਝਾਉਂਦੇ ਹਾਂ, ਦੂਜੀ ਗੱਲ ਵੀ ਆਪਾਂ ਉਹਨਾਂ ਨੂੰ ਸਮਝ ਆਵਾਂਗੇ ਵੀ ਜੇ ਹਲਕਾ ਵਾ ਕੁੱਤਾ ਆਪਾਂ ਕਹਿੰਦੇ ਹਾਂ ਜਿਹਨੂੰ, ਕਿਉਂਕਿ ਅਸੀਂ ਕਹਿੰਦੇ ਵੀ ਗਲੀ ਦੇ ਕੁੱਤੇ ਨੇ ਕੱਟਿਆ, ਪਹਿਲੀ ਗੱਲ ਤਾਂ ਸਾਨੂੰ ਉਹ ਪਤਾ ਨਹੀਂ ਉਹ ਹਲਕਿਆ ਸੀਗਾ ਕਿ ਨਹੀਂ ਸੀਗਾ। ਅਤੇ ਤਕਰੀਬਨ ਜਿਹੜੇ ਕੁੱਤੇ ਕੱਟਦੇ ਹੈਗੇ ਨੇ 96% ਕੇਸ, 100 ਵਿੱਚੋਂ 96% ਜਿਹੜੇ ਕੇਸ ਨੇ ਨਾ ਕੱਟੇ ਹੋਏ, ਉਹਨਾਂ ਨੂੰ ਹਲਕਾ ਨਹੀਂ ਹੁੰਦਾ। ਉਹ ਕੋਈ ਬਿਮਾਰੀ ਦਵਾਈ ਲੈਣ ਚਾਹੇ ਨਾ ਲੈਣ, ਉਹ ਸਿੰਪਲ ਆਪਣੇ ਜਿਹੜਾ ਜ਼ਖਮ ਹੈ ਉਹਨੂੰ ਧੋ ਲੈਣ, ਸਾਫ਼ ਕਰ ਲੈਣ, ਅਤੇ ਕੋਈ ਜ਼ਿਆਦਾ ਡੂੰਘਾ ਹੈਗਾ ਤਾਂ ਮਾੜਾ ਜਿਹਾ ਉਹਦੇ 'ਤੇ ਦਵਾਈ ਦੂਈ ਲਾ ਕੇ ਪੱਟੀ ਕਰ ਲੈਣ। 96% ਉਹ ਨਹੀਂ ਹੁੰਦਾ, 100 ਵਿੱਚੋਂ 96 ਨੇ ਬਚ ਜਾਣਾ ਹੈ। ਹੁਣ ਜਿਹੜੇ 100 ਬੰਦੇ ਉੱਥੇ ਗਏ, 100 ਵਿੱਚੋਂ 96 ਨੂੰ ਕੁਝ ਹੋਇਆ ਹੀ ਨਹੀਂ, ਹੋਣਾ ਵੀ ਨਹੀਂ ਸੀ। ਉਹ 96 ਬੰਦਿਆਂ ਨੇ ਕੀਤਾ ਕਿ ਵੀ ਅਸੀਂ ਟੁੱਕ ਖਾਇਆ ਸੀ, ਅਸੀਂ ਠੀਕ ਹੋ ਗਏ। ਜਿਹੜੇ 4% ਨੇ, ਉਹ ਜਿਹੜੇ ਬੰਦੇ ਨੇ ਜੇ ਉਹਨਾਂ ਨੂੰ ਕੋਈ ਬਿਮਾਰੀ ਹੋਣੀ ਵੀ ਹੈ, ਹਲਕਾ ਹੋਣਾ ਵੀ ਹੈਗਾ, ਅਤੇ ਉਹ ਜਿਹੜੇ ਬੰਦੇ ਨੇ 4 ਬੰਦੇ 100 ਦੇ ਵਿੱਚੋਂ ਦੀ ਬਹੁਤ ਘੱਟ ਗਿਣਤੀ ਦੇ ਰਹਿ ਜਾਂਦੇ ਨੇ। ਅਤੇ ਫਿਰ ਸਾਡੇ ਕੋਲੋਂ ਕਿਉਂਕਿ ਉਹ ਟੁੱਕ 21 ਦਿਨ ਖਾਣਾ ਹੁੰਦਾ ਅਤੇ 3 ਹਫ਼ਤੇ ਖਾਣ ਤੋਂ ਬਾਅਦ ਇੱਕ ਵਾਰੀ ਫਿਰ ਜਾਣਾ ਹੁੰਦਾ, ਅਤੇ 3 ਹਫ਼ਤੇ ਵਿੱਚ ਤਾਂ ਬਿਮਾਰੀ ਹੁੰਦੀ ਵੀ ਨਹੀਂ। ਅਤੇ ਜੇ ਉਸ ਤੋਂ ਬਾਅਦ ਹੁੰਦੀ ਹੈ ਤਾਂ ਅਸੀਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਵੀ ਕੋਈ ਨਾ ਕੋਈ ਇਹਦੇ ਕੋਲ ਖਾਣ ਦੇ ਵਿੱਚ ਕਿਤੇ ਨੁਕਸ ਰਹਿ ਗਿਆ ਹੋਣਾ, ਜਾਂ ਜੋ ਉਹਨੇ ਬਾਬੇ ਨੇ ਦੱਸਿਆ ਹੋਣਾ ਵੀ ਇਹਨੂੰ ਕਿਵੇਂ ਖਾਣਾ ਹੈ, ਕਿਤੇ ਵਕਤ ਟਾਈਮ ਭੁੱਲ ਗਿਆ ਹੋਣਾ, ਕਿਤੇ ਕੁਝ ਨਾਲ ਖਾਣਾ ਹੋਣਾ ਉਹ ਭੁੱਲ ਗਿਆ ਹੋਣਾ, ਤਾਂ ਉਹ ਆਪੇ ਵੀ ਕਈ ਵਾਰੀ ਸੋਚ ਲੈਂਦੇ ਨੇ ਵੀ ਸਾਡੇ ਤੋਂ ਕੋਈ ਭੁੱਲ ਹੋ ਗਈ ਹੋਣੀ ਹੈ। ਇਸੇ ਤਰੀਕੇ ਨਾਲ ਹੀ ਹੈ ਜਦੋਂ ਅਸੀਂ ਮਤਲਬ ਕਿ ਚਾਹੇ ਪਾਣੀ ਦੀ ਗੱਲ ਹੈਗੀ ਹੈ ਜਾਂ ਇਸੇ ਤਰ੍ਹਾਂ ਹੋਰ ਮਤਲਬ ਕਿ ਹੈਗੇ ਨੇ ਪੀਲੀਏ ਦਾ ਇਲਾਜ ਜਿਹੜਾ ਹੈਗਾ, ਉਹਦੇ ਵਾਸਤੇ ਵੀ ਆਮ ਤੌਰ ਦੇ ਉੱਤੇ ਮਤਲਬ ਕਿ ਇਹੋ ਜਿਹੇ ਬਾਬੇ ਜਿਹੜੇ ਨੇ ਬਹੁਤ ਕਾਮਯਾਬ ਹੁੰਦੇ ਨੇ। ਇੱਥੇ ਡਾਕਟਰ ਸਾਹਿਬ ਇੱਕ ਹੋਰ ਮੈਂ ਜੜਦੀ ਗੱਲ ਦੱਸਾਂ, ਜਿਵੇਂ ਅੱਜ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਮਾਤਾ ਨਿਕਲਦੀ ਹੈਗੀ ਆ, ਤਪਤਿਕ ਹੈ, ਚੇਚਕ ਹੈ, ਖਸਰਾ ਆ, ਅਤੇ ਉਹ ਦਾਣੇ ਜੇ ਨਿਕਲ ਆਉਂਦੇ ਮੂੰਹ ਦੇ ਉੱਤੇ। ਪਿੰਡਾਂ ਦੇ ਵਿੱਚ ਚਾਹੇ ਸ਼ਹਿਰਾਂ ਦੇ ਵਿੱਚ ਆ, ਚਾਹੇ ਅਸੀਂ ਜਿੰਨੇ ਮਰਜ਼ੀ ਆਧੁਨਿਕ ਹੋ ਜਾਈਏ, ਜਿੰਨਾ ਮਰਜ਼ੀ ਅਸੀਂ ਡਾਕਟਰੀ ਇਲਾਜ ਕਰਾ ਲਈਏ, ਫਿਰ ਵੀ ਇੱਕ ਉਹ ਹੁੰਦਾ ਵੀ ਇੱਥੇ ਜੇ ਨਿੰਮ ਦੇ ਪੱਤੇ ਰੱਖੋ, ਇੱਥੇ ਤੁਲਸੀ ਰੱਖੋ ਲਿਆ ਕੇ ਜੀ, ਅੰਦਰ ਆ ਕੇ ਜੀ ਧੂਫ ਦਿਖਾਈ ਰੱਖੋ ਜੀ, ਉਹ ਬੋਲਣਾ ਨਹੀਂ ਗਾਏ ਉੱਚੀ ਆਵਾਜ਼ ਦੇ ਵਿੱਚ, ਅਤੇ ਜਿਹੜਾ ਹੈਗਾ ਅੰਦਰ ਸੁੱਚੇ ਹੋ ਕੇ ਆਉਣਾ। ਕੀ ਇਹ ਮਾਤਾ ਰਾਣੀ ਮਤਲਬ ਕੀ ਚੀਜ਼ ਹੈਗੀ ਆ ਕਿ ਇਲਾਜ ਦੇ ਬਾਵਜੂਦ ਵੀ ਸਾਨੂੰ ਇਹ ਟੋਟਕੇ ਦੇ ਨਾਲ ਹੀ ਬਚਾਅ ਕਰਨਾ ਪਊਗਾ, ਕਿ ਬਚਾਅ ਸੱਚੀ ਮੁੱਚੀ ਦਵਾਈਆਂ ਵਿੱਚ ਹੈ? ਨਹੀਂ ਦੇਖੋ, ਬਚਾਅ ਤਾਂ ਸੱਚੀ ਮੁੱਚੀ ਦਵਾਈਆਂ 'ਚ ਹੈ। ਖਾਸ ਤੌਰ 'ਤੇ ਜਿਹੜੀ ਤੁਸੀਂ ਇਹਨਾਂ ਦੀ ਗੱਲ ਕੀਤੀ ਹੈ, ਇਹਨੂੰ ਅਸੀਂ ਮਾਤਾ ਕਹਿੰਦੇ ਹੈਗੇ ਆ। ਵੱਡੀ ਮਾਤਾ, ਛੋਟੀ ਮਾਤਾ, ਚੇਚਕ ਹੈਗੀ ਹੈ, ਚਿਕਨ ਪੋਕਸ ਹੈਗੀ ਹੈ, ਜਾਂ ਖਸਰਾ ਹੈਗਾ, ਅਸੀਂ ਉਹਨੂੰ ਵੀ ਮਾਤਾ ਕਹਿੰਦੇ ਹਾਂ। ਮੇਰੇ ਮਾਂ ਕਹਿੰਦੀ ਹੁੰਦੀ ਸੀ ਵੀ 7 ਤਰ੍ਹਾਂ ਦੀਆਂ ਮਾਵਾਂ ਹੁੰਦੀਆਂ ਨੇ, ਵੀ 7 ਬਿਮਾਰੀਆਂ ਦਾ ਗਰੁੱਪ ਹੈਗਾ, ਅਤੇ ਅਸੀਂ ਇਹਨੂੰ ਮਤਲਬ ਕਹਿੰਦੇ 7 ਮਤਲਬ ਕਿ ਸਾਡੇ ਲਿਟਰੇਚਰ ਵਿੱਚ ਵੀ ਹੈਗਾ। ਜਿਵੇਂ ਉਹ ਮੀਜ਼ਲ ਹੈਗੀ ਹੈ, ਜਰਮਨ ਮੀਜ਼ਲ ਹੈਗੀ ਹੈ। ਹੁਣ ਸਾਰਿਆਂ ਦੇ ਵਾਸਤੇ ਟੀਕੇ ਹੈਗੇ ਨੇ, ਹਿਫਾਜ਼ਤੀ ਟੀਕੇ ਹੈਗੇ ਨੇ, ਅਤੇ ਇਹਨਾਂ ਨੇ ਕਾਫੀ ਰੋਕਥਾਮ ਕੀਤੀ ਹੈਗੀ ਹੈ। ਅਸੀਂ ਚੇਚਕ ਨੂੰ ਦੁਨੀਆ ਵਿੱਚੋਂ ਖਤਮ ਕੀਤਾ ਸਿਰਫ ਉਸ ਟੀਕੇ ਨਾਲ, ਜਿਹਨੇ ਕਿ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਕਾਰਨ ਕੀ ਹੈ ਕਿ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਨਾ, ਇਹ ਵਿੱਚੋਂ ਦੀ
ਇੱਕ ਦੋ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਜਿਹੜਾ ਥੋੜ੍ਹਾ ਨੁਕਸਾਨ ਕਰਦੀਆਂ ਨੇ, ਬਾਕੀ ਬਿਮਾਰੀਆਂ ਦਾ ਬਹੁਤਾ ਨੁਕਸਾਨ ਨਹੀਂ ਹੁੰਦਾ। ਤੇ ਇਹਨਾਂ ਦਾ ਇੱਕ ਟਾਈਮ ਹੈਗਾ ਜਿਹਨੂੰ ਅਸੀਂ ਸੈਲਫ ਲਿਮਿਟਿੰਗ ਡਿਜ਼ੀਜ਼ ਕਹਿੰਦੇ ਆ, ਵੀ ਆਪੇ ਤੋਂ ਜਿਵੇਂ ਅਸੀਂ ਜ਼ੁਕਾਮ ਦੀ ਗੱਲ ਕਰਦੇ ਹੈਗੇ ਆ ਨਾ, ਉਹ ਵਾਇਰਲ ਬੁਖਾਰ ਕੋਈ ਵੀ ਹੈ, ਵਾਇਰਲ ਜ਼ੁਕਾਮ ਹੈ ਚਾਹੇ, ਉਹ ਵਾਇਰਲ ਹੀ ਇਹ ਦਾਣੇ ਜਿਹੜੇ ਨੇ ਮਤਲਬ ਕਿ ਨਿਕਲਦੇ ਨੇ ਪਿੰਡੇ ਦੇ ਉੱਤੇ। ਵਾਇਰਲ ਬਾਰੇ ਤੁਸੀਂ ਦੇਖੋ, ਜ਼ੁਕਾਮ ਬਾਰੇ ਸਾਡੇ ਇੱਕ ਅਧਿਆਪਕ ਵੀ ਕਿਹਾ ਕਰਦੇ ਸੀਗੇ ਵੀ ਜੇ ਤੁਸੀਂ ਦਵਾਈ ਖਾਓਗੇ ਤਾਂ ਇਹ 7 ਦਿਨ 'ਚ ਠੀਕ ਹੋ ਜਾਊਗਾ, ਜੇ ਨਹੀਂ ਖਾਏਗਾ ਤਾਂ 1 ਹਫ਼ਤੇ 'ਚ ਠੀਕ ਹੋ ਜਾਊਗਾ। ਤਾਂ ਕਹਿਣ ਦਾ ਮਤਲਬ ਹੈ ਕਿ ਫਰਕ ਕੋਈ ਨਹੀਂ ਪੈਣਾ ਦਵਾਈ ਖਾਣ ਦੇ ਨਾਲ, ਵੀ ਇਹ ਆਪੇ ਠੀਕ ਹੋਣ ਵਾਲੀ ਬਿਮਾਰੀਆਂ ਨੇ, ਜਿਸ ਦੇ ਕਰਕੇ ਜਿਹੜਾ ਇਹਨਾਂ ਦਾ ਮਤਲਬ ਕਿ ਕਹਿ ਲਓ ਕਿ ਧੰਦਾ ਹੈ, ਬਾਜ਼ਾਰ ਹੈ, ਇਹ ਬਾਬਿਆਂ ਦਾ ਇਹ ਚੱਲੀ ਜਾਂਦਾ ਹੈ ਕੁਛ ਬਿਮਾਰੀਆਂ ਕਰਕੇ। ਅਤੇ ਆਮ ਤੌਰ 'ਤੇ ਇਹ ਉਹਨਾਂ ਬਿਮਾਰੀਆਂ ਨੂੰ ਉਹਨਾਂ ਨੂੰ ਪ੍ਰੈਕਟਿਸ ਹੋ ਗਈ ਹੈ ਜਾਂ ਜੋ ਉਹਨਾਂ ਨੂੰ ਮਤਲਬ ਕਿ ਰਵਾਇਤ ਵਿੱਚ ਮਿਲੀਆਂ ਨੇ, ਸੱਭਿਆਚਾਰ 'ਚ ਮਿਲੀਆਂ ਨੇ ਬਿਮਾਰੀਆਂ ਠੀਕ ਕਰਨ ਵਾਸਤੇ, ਵੀ ਇਹ ਪੀਲੀਏ ਦਾ ਮਾਹਰ ਹੈ ਬਾਬਾ। ਤਾਂ ਉਹ ਇਸ ਕਰਕੇ ਹੀ ਹੈ ਕਿ ਉਹਨਾਂ ਨੂੰ ਇਹ ਇੱਕ ਮਤਲਬ ਕਿ ਮਿਲਿਆ ਹੈ ਵੀ ਇਹ ਬਿਮਾਰੀ ਕਰਨੀ ਹੈ ਠੀਕ, ਕਿਉਂਕਿ ਆਪੇ ਠੀਕ ਹੋਣ ਵਾਲੀ ਹੈ। ਇਹਦੇ ਵਾਸਤੇ ਜੇ ਕਿਸੇ ਨੂੰ 1-ਅੱਧਾ% ਜਿਹੜਾ ਹੁੰਦਾ ਹੈਗਾ, ਜੇ ਕਿਸੇ ਨੂੰ ਜ਼ਿਆਦਾ ਤਕਲੀਫ ਹੋਊਗੀ, ਜਿਸ ਤਰ੍ਹਾਂ ਮੈਂ ਦੱਸਿਆ ਵੀ ਉਹ ਮਰ ਵੀ ਜਾਊਗਾ ਪੀਲੀਏ ਦੇ ਨਾਲ, ਤਾਂ ਉਹ ਕਿਉਂਕਿ ਪੀਲੀਆ ਹੁਣ ਅਸੀਂ ਜਿਵੇਂ ਵਿਗਿਆਨ ਤਾਂ ਕਹਿੰਦਾ ਵੀ ABCE 3 ਤਰ੍ਹਾਂ ਦਾ ਪੀਲੀਆ ਹੁੰਦਾ ਹੈਗਾ, ਅਤੇ ਅਲੱਗ-ਅਲੱਗ ਪੀਲੀਏ ਨੇ। ਹੁਣ ਜਿਹੜਾ ਅੱਜ ਕੱਲ੍ਹ ਪੰਜਾਬ ਦੇ ਵਿੱਚ ਪੀਲੀਆ C ਹੈਗਾ, ਉਹ ਬਹੁਤ ਮਤਲਬ ਕਿ ਖਤਰਨਾਕ ਹੈਗਾ, ਪਰ ਉਹਦੇ ਕੋਲ ਸਾਡੇ ਕੋਲ ਫਿਰ ਵੀ ਵਧੀਆ ਇਲਾਜ ਹੈਗਾ, ਮਹਿੰਗਾ ਹੈਗਾ। ਅਤੇ ਉਹ ਮਤਲਬ ਕਿ B ਦਾ ਵੀ ਇਸੇ ਤਰ੍ਹਾਂ ਇਲਾਜ ਹੈਗਾ। ਇਹ ਜਿਹੜਾ ਹੈਗਾ ਉਹ ਤਾਂ ਬਿਲਕੁਲ ਹੀ ਖਤਰਨਾਕ ਨਹੀਂ ਹੁੰਦਾ, ਜਿਹੜਾ ਕਿ ਸਭ ਤੋਂ ਵੱਧ ਹੁੰਦਾ ਹੈਗਾ। ਇੱਕ ਲਾਇਲਾਜ ਬਿਮਾਰੀਆਂ ਦੀ ਆਪਾਂ ਗੱਲ ਕਰ ਲਈਏ, ਲਾਇਲਾਜ ਬਿਮਾਰੀਆਂ ਇੱਕ ਹੁੰਦੀਆਂ ਕਿ ਇਹਨਾਂ ਦੀ ਇੰਨੇ ਕੁ ਦਿਨ ਮਿਆਦ ਹੈਗੀ ਆ, ਉਹ ਕਿਹੜੀਆਂ-ਕਿਹੜੀਆਂ ਜਰਾ ਇਸ ਬਾਰੇ ਸਾਨੂੰ ਜ਼ਰੂਰ ਦੱਸੋ। ਨਹੀਂ, ਤੁਹਾਨੂੰ ਦੱਸਿਆ ਕਿ ਜਿੱਦਾਂ ਦੀ ਕੁਛ ਮਿਆਦ ਹੁੰਦੀ ਹੈ, ਜਿਵੇਂ ਪੀਲੀਏ ਦੀ ਗੱਲ ਕੀਤੀ ਸੀਗੀ ਮੈਂ, ਜਿਹਨੂੰ ਵਾਇਰਲ ਹੈਪੇਟਾਈਟਸ A ਕਹਿੰਦੇ ਹੈ ਖਾਸ ਤੌਰ 'ਤੇ, ਬਹੁਤ ਗਿਣਤੀ 'ਚ ਉਹ ਹੁੰਦਾ ਹੈਗਾ। B ਜਿਹੜਾ ਹੈਗਾ ਉਹ ਵੀ ਹੁੰਦਾ, ਉਹ ਘੱਟ ਹੁੰਦਾ ਹੈਗਾ। C ਜਿਹੜਾ ਹੈਗਾ ਉਹ ਵੀ ਕੰਪੈਰੇਟਿਵਲੀ ਘੱਟ ਹੁੰਦਾ ਹੈਗਾ। ਦੂਸਰਾ ਹੈਗਾ ਜਿਹੜੀਆਂ ਤੁਹਾਨੂੰ ਦੱਸਿਆ ਕਿ ਜਿਹੜੀਆਂ ਮਾਤਾਵਾਂ ਹੈਗੀਆਂ ਨੇ, ਇਹ ਸਾਰੀਆਂ ਮਾਤਾਵਾਂ ਜਿਹੜੀਆਂ ਮਾਤਾਵਾਂ ਹੈਗੀਆਂ ਨੇ, ਇਹ ਜਿਹੜੀਆਂ ਮਤਲਬ ਕਿ 7 ਜਿਹਨੂੰ ਮਤਲਬ ਕਿ ਚਿਕਨ ਪੋਕਸ, ਸਮਾਲ ਪੋਕਸ, ਮੀਜ਼ਲ ਹੈ, ਮਮਸ ਹੈ, ਰੂਬੈਲਾ ਹੈਗਾ, ਇਹ 7 ਬਿਮਾਰੀਆਂ, ਜਰਮਨ ਮੀਜ਼ਲ 7 ਬਣਦੀਆਂ ਨੇ। ਇਹ ਸਾਰੀਆਂ ਮਤਲਬ ਕਿ ਟਾਈਮ ਸਿਰ ਮਤਲਬ ਕਿ ਆਪਣੇ ਆਪ ਇਹਨਾਂ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਹੈਗੀਆਂ ਨੇ। ਇਸੇ ਤਰੀਕੇ ਦੇ ਨਾਲ ਮਤਲਬ ਕਿ ਜਿਹੜੇ ਸਾਡੇ ਜ਼ੁਕਾਮ ਹੈ, ਸਾਡਾ ਮਤਲਬ ਕਿ ਵਾਇਰਲ ਬੁਖਾਰ ਹੈ, ਇਹ ਵੀ ਔਰ ਤੁਸੀਂ ਦੇਖੋ ਈਵਨ ਤਾਂ ਡੇਂਗੂ ਤੱਕ ਹੈਗਾ। ਤੁਸੀਂ ਕਦੇ ਸੁਣਿਆ ਹੋਣਾ ਵੀ ਡੇਂਗੂ ਦੇ ਵਾਸਤੇ ਵੀ ਬਹੁਤਾ ਘਬਰਾਉਣ ਦੀ ਜ਼ਰੂਰਤ ਨਹੀਂ, ਬੁਖਾਰ ਦੇ ਵਾਸਤੇ ਤੁਸੀਂ ਗੋਲੀ ਖਾਓ, ਪਾਣੀ ਪੀਓ, ਹੈ ਨਾ, ਪੂਰਾ ਮਤਲਬ ਕਿ ਜੂਸ ਵਗੈਰਾ ਪੀਓ, ਥੋੜ੍ਹਾ ਜਿਹਾ ਆਰਾਮ ਕਰੋ, ਆਪਣੇ ਆਪੇ ਠੀਕ ਹੋ ਜਾਊਗੀ, ਹੈ ਨਾ। ਤਾਂ ਜਦੋਂ ਕਿ ਠੀਕ ਹੈ ਕਿ ਇਹਨਾਂ 'ਚੋਂ ਅੱਗੋਂ 2-4% ਇਹੋ ਜਿਹੇ ਹੁੰਦੇ ਆ ਕਿ ਜਿਨ੍ਹਾਂ ਨੂੰ ਮਤਲਬ ਕਿ ਖੂਨ ਦੀ ਘਾਟ ਹੋ ਜਾਂਦੀ ਹੈ, ਉਹ ਵੱਖਰੀ ਗੱਲ। ਬਹੁ ਗਿਣਤੀ ਜਿਹੜੀ ਹੈਗੀ ਹੈ ਨਾ, ਇਹ ਜਿਹੜੀਆਂ ਆਪਣੇ ਆਪ ਠੀਕ ਹੋਣ ਵਾਲੀ ਬਿਮਾਰੀਆਂ ਨੇ। ਬਾਕੀ ਇਹ ਉਹੀ ਡਿਪੈਂਡ ਕਰਦਾ, ਜਿਹੜੀ ਮੈਂ ਗੱਲ ਕੀਤੀ ਸੀ ਵੀ ਜੇ ਬੰਦੇ ਦੀ ਸੁਰੱਖਿਆ ਪ੍ਰਣਾਲੀ ਮਜ਼ਬੂਤ ਹੋਊਗੀ ਤਾਂ ਇਹ ਸਾਰੀਆਂ ਬਿਮਾਰੀਆਂ ਪਹਿਲੀ ਗੱਲ ਤਾਂ ਹੁੰਦੀਆਂ ਨਹੀਂ, ਅਤੇ ਜੇ ਹੁੰਦੀਆਂ ਨੇ ਤਾਂ ਉਹ ਵੱਡਾ ਨੁਕਸਾਨ ਨਹੀਂ ਕਰਦੀਆਂ, ਉਹ ਆਪਣੇ ਆਪ ਠੀਕ ਹੋ ਜਾਂਦੀਆਂ ਨੇ। ਆਮ ਤੌਰ 'ਤੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਇਹ ਬੱਚਿਆਂ ਦੇ ਵਿੱਚ, ਬੁੱਢਿਆਂ ਦੇ ਵਿੱਚ ਅਤੇ ਪ੍ਰੈਗਨੈਂਟ ਔਰਤਾਂ ਦੇ ਵਿੱਚ, ਇਹ 3 ਗਰੁੱਪ ਹੈਗੇ ਆ ਜਿਹੜੇ ਇਸ ਤੋਂ ਸਭ ਤੋਂ ਵੱਧ ਸ਼ਿਕਾਰ ਹੁੰਦੇ ਹੈਗੇ ਨੇ। ਤਾਂ ਇਸ ਕਰਕੇ ਤੁਸੀਂ ਹਿਸਾਬ ਲਗਾ ਲਓ ਵੀ ਇਹ ਜਿਹੜਾ ਗਰੁੱਪ ਹੈਗਾ, ਜਿਹਨੂੰ ਅਸੀਂ ਸੈਲਫ ਲਿਮਿਟਿੰਗ ਕਹਿੰਦੇ ਹਾਂ, ਜਾਂ ਆਪਣੇ ਮਿਆਦ ਨਾਲ ਆਪਣੇ ਆਪ ਬਿਮਾਰੀ ਠੀਕ ਹੋਣ ਵਾਲਾ ਗਰੁੱਪ ਹੈਗਾ। ਸੋ ਡਾਕਟਰ ਸਾਹਿਬ, ਸਮੇਂ ਦੀ ਨਜਾਕਤ ਨੂੰ ਵੀ ਅਸੀਂ ਦੇਖਣਾ ਹੈਗਾ, ਅਤੇ ਮੈਨੂੰ ਇਹ ਹੁਣ ਤੁਸੀਂ ਦੱਸੋ ਅੰਤ ਦੇ ਵਿੱਚ ਕਿ ਅੰਧ ਵਿਸ਼ਵਾਸ 'ਚੋਂ ਨਿਕਲ ਕੇ ਕਿਸ ਤਰੀਕੇ ਨਾਲ ਵਿਗਿਆਨਕ ਸੋਚ ਨੂੰ ਅਪਣਾਈਏ, ਜਿਵੇਂ ਕਿ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਆ ਕਿ ਆਉਣ ਵਾਲਾ ਯੁੱਗ ਜਿਹੜਾ ਹੈਗਾ ਸਿਹਤ ਦਾ ਯੁੱਗ ਹੈਗਾ, ਅਤੇ ਅਸੀਂ ਕਿਸ ਤਰੀਕੇ ਜਾਗਰੂਕ ਹੋਵਾਂਗੇ। ਦੇਖੋ ਮਤਲਬ ਕਿ ਜਦੋਂ ਅਸੀਂ ਵਿਗਿਆਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਸ਼ਬਦ ਗਿਆਨ ਹੈਗਾ, ਅਤੇ ਵਿਗਿਆਨ ਦਾ ਮਤਲਬ ਇਹ ਹੈ ਵੀ ਉਹ ਪਰਖਿਆ ਹੋਇਆ ਹੈਗਾ, ਕਿਉਂਕਿ ਗਿਆਨ ਜਿਹੜਾ ਹੈਗਾ ਉਹ ਮਤਲਬ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਹੈਗਾ, ਹੋਰ ਥਾਵੇਂ ਹੀ ਹੈਗਾ, ਅਤੇ ਜਿਹਨੂੰ ਅਸੀਂ ਮਤਲਬ ਕਿ ਪਰਖ ਸਕਦੇ ਹੋਈਏ, ਹੁੰਦੇ ਹੋਏ ਵੀ ਅਸੀਂ ਉਹਨੂੰ ਪਰਖ ਨਹੀਂ ਸਕਦੇ, ਅਤੇ ਕਿਉਂਕਿ ਉਹਦੇ ਸਵਾਲ ਖੜੇ ਹੋ ਜਾਂਦੇ ਨੇ। ਵਿਗਿਆਨ ਦਾ ਮਤਲਬ ਅਸੀਂ ਪਰਖ ਸਕਦੇ ਹਾਂ। ਜਿੰਨੀ ਵੀ ਸਾਡੇ ਕੋਲ ਅੱਜ ਮਤਲਬ ਕਿ ਗਿਆਨ ਹੈਗਾ, ਅਸੀਂ ਉਸ ਨੂੰ ਮਤਲਬ ਕਿ ਪਰਖਿਆ ਹੈਗਾ। ਜਦੋਂ ਦਵਾਈਆਂ ਦੀ ਗੱਲ ਕਰੀਏ, ਸਿਹਤ ਦੀ ਆਪਾਂ ਗੱਲ ਕਰੀਏ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਵੀ ਮਾਤਾਵਾਂ ਦੇ ਵਾਸਤੇ ਜਿਹੜੀਆਂ ਹੈਗੀਆਂ ਨੇ, ਅਸੀਂ ਮਤਲਬ ਕਿ ਜਿਹੜੇ ਟੀਕੇ ਇਜਾਦ ਕੀਤੇ ਨੇ, ਵੈਕਸੀਨੇਸ਼ਨਸ ਮਤਲਬ ਕਿ, ਅਤੇ ਸਾਡੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਦੁਨੀਆ ਦੇ ਵਿੱਚ ਹੈਗੇ ਨੇ। ਅਤੇ ਸਾਡੇ ਕੋਲ ਇੱਕ ਵੱਡੀ ਗੱਲ ਹੈਗੀ ਹੈ ਕਿ ਅਸੀਂ ਚੇਚਕ ਨੂੰ ਖ਼ਤਮ ਕੀਤਾ ਹੈਗਾ। ਚੇਚਕ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਨਾ, 7 ਜਿਹੜੀਆਂ ਇਸ ਇੱਕ ਲੜੀ ਦੀਆਂ ਬਿਮਾਰੀਆਂ ਨੇ, ਉਹਨਾਂ 'ਚੋਂ ਸਭ ਤੋਂ ਭਿਆਨਕ ਸੀਗੀ। ਮਤਲਬ ਕਿ ਉਹਦੇ ਨਾਲ ਲੋਕ ਅੰਨੇ ਹੋ ਜਾਂਦੇ ਸੀਗੇ, ਉਹਦੇ ਨਾਲ ਮਤਲਬ ਕਿ ਜਿਹੜੇ ਸੀਗੇ ਹੋਰ ਬੜੇ ਨੁਕਸ ਪੈਂਦੇ ਸੀ, ਇੱਥੋਂ ਤੱਕ ਕਿ ਸਰੀਰ ਦਾ ਜਿਹੜੀ ਸਟਰਕਚਰ ਹੈਗੀ ਹੈ, ਫੇਸ ਦੇ ਉੱਤੇ ਦਾਗ ਬੜੇ ਪੈ ਜਾਂਦੇ ਸੀਗੇ। ਉਹ ਸਾਰੀਆਂ ਗੱਲਾਂ ਸੀਗੀਆਂ, ਅਤੇ ਉਹਨੇ ਹੀ ਦਰਅਸਲ ਧਿਆਨ ਦਵਾਇਆ ਕਿ ਇਹਦਾ ਕੋਈ ਇਲਾਜ ਕੱਢਿਆ ਜਾਵੇ। ਅਸੀਂ ਇਲਾਜ ਕੱਢਿਆ ਅਤੇ ਉਹਦਾ ਇਲਾਜ ਮਤਲਬ ਕੀਤਾ। ਸਵਾਲ ਹੈਗਾ ਕਿ ਇਸ ਨੂੰ ਮਤਲਬ ਕਿ ਹੁਣ ਲੋਕਾਂ ਤੱਕ ਲੈ ਕੇ ਜਾਣਾ, ਉਹਨਾਂ ਨੂੰ ਦੱਸਣਾ
ਵੀ ਜੇ ਉਹਨਾਂ ਦਿਮਾਗ ਦੇ ਵਿੱਚ ਇੱਕ ਧਾਰਮਿਕ ਦੇਵੀ ਬੈਠੀ ਹੋਈ ਹੈ, ਸ਼ੀਤਲਾ ਮਾਤਾ ਜਾਂ ਕੋਈ ਹੋਰ ਮਤਲਬ ਕਿ ਇਸ ਤਰ੍ਹਾਂ ਦਾ ਬੈਠਾ ਹੋਇਆ, ਉਹ ਇੱਕ ਪੁਰਾਣਾ ਮਤਲਬ ਕਿ 3 ਸਾਲ 3000 4000 ਸਾਲ ਪਹਿਲਾਂ ਬੰਦਾ ਜਦੋਂ ਮਤਲਬ ਕਿ ਗਿਆਨੀ ਸੀਗਾ, ਉਹਨੂੰ ਨਹੀਂ ਸੀ ਸਮਝ ਆਉਂਦੀ, ਉਹਨੇ ਸੋਚਿਆ ਵੀ ਕੋਈ ਇਹ ਸਾਡੇ ਤੇ ਪ੍ਰਕੋਪ ਹੈਗਾ, ਸਾਡੇ ਤੋਂ ਕੋਈ ਭੁੱਲ ਹੋ ਰਹੀ ਹੈ, ਤਾਂ ਉਹਨੇ ਮਤਲਬ ਕਿ ਦੇਵੀ ਦੇਵਤਾ ਸਿਰਜੇ। ਉਸੇ ਤਰੀਕੇ ਨਾਲ ਉਹਨੇ ਸਿਹਤ ਦੇ ਮਾਮਲੇ 'ਚ ਈਵਨ ਹਾਈਜੀਆ, ਜਿਹਦੀ ਆਪਾਂ ਹਾਈਜੀਨ ਦੀ ਗੱਲ ਕਰਦੇ ਹਾਂ, ਹਾਈਜੀਆ ਵੀ ਗ੍ਰੀਕ ਦੇ ਵਿੱਚ ਇੱਕ ਦੇਵੀ ਹੈਗੀ ਹੈ, ਜਿਹੜੀ ਸਿਹਤ ਦੀ ਦੇਵੀ ਉਹ ਮਤਲਬ ਕਿ ਮੰਨਦੇ ਹੈਗੇ ਨੇ। ਯਾਨੀ ਕਹਿਣ ਦਾ ਮਤਲਬ ਇਹਨੂੰ ਗਿਆਨ ਨਾਲ ਜੋੜਨਾ ਪਏਗਾ, ਲੋਕਾਂ ਤੱਕ ਲੈ ਕੇ ਜਾਣਾ ਪਏਗਾ। ਜਿੱਥੋਂ ਤਾਂ ਮੈਂ ਤੁਹਾਨੂੰ ਟੁੱਕ ਵਾਲੀ ਗੱਲ ਸੁਣਾਈ ਸੀਗੀ, ਅਸੀਂ ਸਾਡੇ ਕੋਲ ਇੱਕ ਮਹਿਕਮਾ ਹੈਗਾ ਜਿੱਥੇ ਹਲਕੇ ਕਿਤੇ ਟੀਕੇ ਲੱਗਦੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਅਸੀਂ ਜਿੱਥੇ ਜਿਹੜਾ ਟੁੱਕ ਲੈਣ ਜਾਂਦਾ ਵੀ ਤੁਸੀਂ ਇਹ ਪ੍ਰਚਾਰੋ ਵੀ ਤੁਸੀਂ ਟੁੱਕ ਵੀ ਖਾਇਓ, ਪਰ ਇਹ ਇੰਜੈਕਸ਼ਨ ਜ਼ਰੂਰ ਲਓ। ਅਸੀਂ ਇੱਕ ਵਾਰੀ ਬਾਬੇ ਨੂੰ ਵੀ ਮਿਲ ਕੇ ਆਏ, ਉਹਨੂੰ ਵੀ ਕਿਹਾ ਵੀ ਤੂੰ ਟੁੱਕ ਦਿਆ ਕਰ, ਤੂੰ ਇਹ ਨਾ ਕਹੇ ਵੀ ਤੂੰ ਕਹੇ ਵੀ ਮੈਂ ਟੁੱਕ ਵੀ ਖਾਓ ਅਤੇ ਉੱਥੇ ਟੀਕੇ ਵੀ ਲਗਵਾ ਕੇ ਆਓ। ਯੂਪੀ ਦੇ ਵਿੱਚ ਤੁਹਾਨੂੰ ਪਤਾ ਹੈਗਾ ਕਿ ਪੋਲੀਓ ਦੇ ਅਤੇ ਹੋਰਨਾਂ ਚੀਜ਼ਾਂ ਦੇ ਵਿੱਚ ਖਾਸ ਤੌਰ 'ਤੇ ਮਤਲਬ ਕਿ ਅਨਪੜ੍ਹਤਾ ਕਾਰਨ ਇਹਦੇ ਦਾ ਵਿਰੋਧ ਹੋਇਆ, ਇਹਨਾਂ ਟੀਕਿਆਂ ਦਾ। ਉੱਥੇ ਵੀ ਇੱਕ ਨਾਅਰਾ ਦਿੱਤਾ ਗਿਆ ਵੀ ਪੂਜਾ ਵੀ ਕੀਜੀਏ, ਟੀਕਾ ਵੀ ਲੀਜੀਏ। ਯਾਨੀ ਕਿ ਪਹਿਲੇ ਪੜਾਅ 'ਤੇ ਸਾਨੂੰ ਇਹ ਇੱਥੋਂ ਤੱਕ ਜਾਣਾ ਚਾਹੀਦਾ ਹੈਗਾ ਵੀ ਜਿਹੜੇ ਲੋਕਾਂ ਦੇ ਵਿੱਚ ਇੰਨੇ ਪੁਰਾਣੇ ਮਤਲਬ ਕਿ ਬੈਠੇ ਹੋਏ ਨੇ ਮਤਲਬ ਕਿ ਧਾਰਨਾਵਾਂ, ਵੀ ਆਪਾਂ ਉਹਨਾਂ ਨੂੰ ਸਿੱਧਾ ਅਟੈਕ ਨਾ ਕਰੀਏ, ਉਹਦੇ 'ਤੇ ਨਾ ਕਰੀਏ, ਲੋਕਾਂ ਨੂੰ ਸਮਝਾਈਏ ਵੀ ਤੁਸੀਂ ਆ ਵੀ ਕਰੋ ਅਤੇ ਤੁਸੀਂ ਦੇਖੋਗੇ ਵਧੀਆ ਰਿਜ਼ਲਟ ਆਉਣਗੇ। ਫਿਰ ਹੌਲੀ ਹੌਲੀ ਉਹਨੂੰ ਸਮਝਾਈਏ ਵੀ ਤੁਸੀਂ ਠੀਕ ਅਸਲ ਦੇ ਵਿੱਚ ਮਤਲਬ ਕਿ ਇਹਦੇ ਕਰਕੇ ਹੋਏ ਹੋ, ਵੀ ਇਹ ਟੀਕਿਆਂ ਕਰਕੇ ਹੋਏ ਹੋ, ਅਤੇ ਟੀਕਿਆਂ ਦੇ ਕਰਕੇ ਹੀ ਇਹ ਬਚਾਅ ਹੈ। ਕਿਉਂਕਿ ਜਿਹਨਾਂ ਲੋਕਾਂ ਨੇ ਨਹੀਂ ਕੀਤੀ ਉਹ ਵੀ ਠੀਕ ਹੋਏ ਨੇ। ਤੁਸੀਂ ਪੂਜਾ ਕੀਤੀ ਅਤੇ ਠੀਕ ਹੈ ਕਿ ਇਹ ਤੁਹਾਡਾ ਵਿਸ਼ਵਾਸ ਹੈ, ਤੁਸੀਂ ਮਤਲਬ ਉਹਨੂੰ ਵਿਸ਼ਵਾਸ ਨੂੰ ਕਰੋ, ਪਰ ਗਿਆਨ ਜ਼ਰੂਰੀ ਹੈਗਾ। ਅਸੀਂ ਇਹਨਾਂ ਵਿੱਚੋਂ ਨਿਕਲ ਸਕਦੇ ਹਾਂ ਅਤੇ ਸਿਰਫ ਗਿਆਨ ਨਾਲ। ਅਤੇ ਗਿਆਨ ਦੇਣਾ ਜਿਹੜਾ ਹੈਗਾ ਉਹ ਕਹਿੰਦਾ ਫਰਜ਼ ਹੈ, ਉਹ ਆਪਣਾ ਫਰਜ਼ ਨਹੀਂ ਨਿਭਾ ਰਹੇ ਜੋ ਮੈਂ ਸਮਝਦਾ। ਜਿਨ੍ਹਾਂ ਦੇ ਕੋਲ ਗਿਆਨ ਹੈਗਾ ਉਹ ਹੁਣ ਗਿਆਨ ਨੂੰ ਲੁਕੋ ਕੇ ਆਪਣੇ ਕੋਲ ਰੱਖਣਾ ਚਾਹੁੰਦੇ ਹੈਗੇ ਨੇ, ਅਤੇ ਉਹ ਚਾਹੁੰਦੇ ਨੇ ਕਿ ਵੀ ਸਾਡੇ ਕੋਲ ਰਹੇਗਾ ਤਾਂ ਫਿਰ ਇਹ ਸ਼ਾਇਦ ਇਹ ਇੱਕ ਦੌਲਤ ਬਣਦੀ ਜਾ ਰਹੀ ਹੈ। ਅਸੀਂ ਉਹਨੂੰ ਕਹਿੰਦੇ ਵੀ ਹੈਗੇ ਆ ਵੀ ਗਿਆਨ ਜਿਹੜਾ ਹੈਗਾ ਉਹ ਵਿਕਦਾ। ਹੁਣ ਅਸੀਂ ਮਤਲਬ ਕਿ ਆਪਣੀ ਡਿਗਰੀ ਲੈ ਕੇ ਅਤੇ ਵਧੀਆ ਮਤਲਬ ਕਿ ਇੱਕ ਬਣ ਕੇ ਅਤੇ ਲੋਕਾਂ ਤੋਂ ਪੈਸੇ ਲੈ ਕੇ ਹੀ ਆਪਣੀ ਨੌਲੇਜ ਵੇਚਦੇ ਹੈਗੇ ਆ। ਤਾਂ ਪਰ ਸਿਹਤ ਨੂੰ ਸਾਨੂੰ ਹੋਰ ਚੀਜ਼ਾਂ ਦੇ ਤੋਂ ਥੋੜ੍ਹਾ ਜਿਹਾ ਅੱਡ ਰੱਖਣਾ ਚਾਹੀਦਾ ਹੈਗਾ। ਸੋ ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਦਿਲ ਕਰਦਾ ਸੀ ਕਿ ਇਸ ਗੱਲ ਨੂੰ ਹੋਰ ਖੁੱਲ੍ਹ ਕੇ ਕੀਤਾ ਜਾਵੇ, ਪਰ ਸਮੇਂ ਦੀ ਜਿਹੜੀ ਨਜ਼ਾਕਤ ਸੀ ਉਹਨੂੰ ਦੇਖਦਿਆਂ ਹੋਇਆਂ ਪ੍ਰੋਗਰਾਮ ਨੂੰ ਜਿਹੜਾ ਹੈਗਾ ਇੱਥੇ ਹੀ ਵਿਰਾਮ ਦਿੰਦੇ ਹੈਗੇ ਆ। ਕਿਸ ਤਰੀਕੇ ਲੱਗੀ ਸਾਡੀ ਅੱਜ ਦੀ ਗੱਲਬਾਤ, ਅਤੇ ਸਾਡੇ ਮਹਿਮਾਨ ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ ਜਿਹੜੇ ਕਿ ਗਿਆਨ ਦਾ ਭੰਡਾਰ ਨੇ। ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਰਹਾਂਗੇ, ਅਤੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਜਿਹੜੀ ਹੈਗੀ ਹੈ ਇਹਨਾਂ ਦੀਆਂ ਜਿਹੜਾ ਇਸ ਗਿਆਨ ਦੀ ਜਿਹੜੀ ਹੈਗੀ ਜਾਣਕਾਰੀ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਸੋ ਇੱਥੇ ਹੀ ਪ੍ਰੋਗਰਾਮ ਸਮਾਪਤ ਕਰਨ ਲਈ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।